कोय जो दिसै अंबर तारे, किन होए चीते चीतन हारे। कहो रे पंडित अंबर कांस्यों लागा, पूजै पूजन हार सुभागा। रहाओ सूरज चंद करह उजियारा, सब में पसरिया ब्रह्म पसारा। कहो कबीर जानेगा सोए, हृदय राम मुख रामै होए। कहो कबीर जानेगा सोए, हृदय राम मुख रामै होए। वाहिगुरु जी का खालसा, वाहिगुरु जी की फतेह। परम सम्मानयोग जुगो जुग अटल सबर शतर ते तखत ते मालक बाणी के बोहे, सर्ब सांझी बाबता दे लखायक शबद गुरु दसाई पातशाहियां दी जोत। धन धन श्री गुरु ग्रंथ साहिब जी महाराज जी पवित्र पावन हजूरी ਅਤੇ महान पवित्र इतिहासक स्थान गुरुद्वारा पातशाही पहली पातशाही छेवीं श्री दमदमा साहिब की यात्रा कर रही सम्मानयोग साध संगत पवित्र स्थान से विराजमान बहुत ही सम्मानयोग साध संगत जीओ, सतगुरु जी की महान बख्शिश है। आप गुरु प्यार वालियां ने अमृत वेले की सांभ संभाल करदिया होया नींदर आलस का तर्क त्याग करके बाकायदा उद्यमी बनदिया होया गुरु चरणों में पहुँच के आप जी ने गुरु सवारियां को आसा की बात के शब्द कीर्तन श्रवण करके लाहे प्राप्त किए हैं। सो गुरुदेव आप सारिया संगतां दी दिल फुल सेवावां भेटावां यात्रा हाजरी सफल करन, सबना करो करो नामदान गुरसिੱਖੀ जीवन परिवारों में देर होता परस्पर प्यार चढ़ती कला बख्शिश करके महाराज हर प्रकार सहायता करना। इस प्रकार आप जी आने वाले समय भी गुरु दरबार की हाजरी करते रहो और सतगुरु पिता महाराज जी की बख्शिश के पात्र बनते रहो। तो सम्मानयोग साध संगत जी, जिस प्रकार आप सारिया संगतां नूं भली प्रकार पता है कि आसा की वार के शब्द कीर्तन तो बाद श्री गुरु ग्रंथ साहब महाराज जी के पवित्र बचनों की लड़ीवार कथा का सिलसिला जो निरंतर जारी है, उस अधीन आप जी ने हुणे हुणे जो पावन शब्द सेवादार पासों श्रवण किया है, ये पवित्र शब्द भगत कबीर साहब महाराज जी की रचना को उच्चारण किया होया गौड़ी राग अंदर
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 329 ਤੇ ਸੁਭਾਇਮਾਨ ਹੈ। ਸੋ ਚੁੱਕੇ ਗੁਰਬਾਣੀ ਦੇ ਹਰ ਸ਼ਬਦ ਸ਼ਲੋਕ ਇਤਿਆਦਿਕ ਅਸ਼ਟਪਦੀ ਹੋਵੇ, ਕਿਸੇ ਵੀ ਸਰੂਪ ਵਿੱਚ ਉਹ ਸਾਹਿਤ ਹੋਵੇ, ਉਹਦੇ ਵਿੱਚ ਸਾਡੇ ਤੁਹਾਡੇ ਲਈ ਕੋਈ ਉਪਦੇਸ਼ ਹੁੰਦਾ ਹੈ। ਅੱਜ ਦੇ ਜਿਹੜੇ ਇਹ ਬਚਨ ਨੇ, ਇਹਨਾਂ ਬਚਨਾਂ ਵਿੱਚ ਭਗਤ ਕਬੀਰ ਸਾਹਿਬ ਦੀ ਕਿਸੇ ਵਿਦਵਾਨ ਨਾਲ ਵਾਰਤਾ ਹੋਈ ਔਰ ਇੱਕ ਸ਼ਬਦ ਸਾਧ ਸੰਗਤ ਕਈ ਵਾਰ ਅਸੀਂ ਬ੍ਰਾਹਮਣ ਤੇ ਪੰਡਤ ਨੂੰ ਸਮ ਅਰਥਾਂ ਵਿੱਚ ਸਮਝ ਲੈਂਦੇ ਹਾਂ, ਪਰ ਉਂਝ ਆਪ ਜੀ ਦੇ ਗਿਆਨ ਵਾਸਤੇ ਅਰਥ ਕਰਾਂ, ਬ੍ਰਾਹਮਣ ਭਾਈਚਾਰਾ ਹੈ, ਪੰਡਿਤ ਕੋਈ ਭਾਈਚਾਰਾ ਨਹੀਂ। ਪੰਡਿਤ ਦੇ ਅਰਥ ਹੁੰਦੇ ਨੇ ਵਿਦਵਾਨ, ਔਰ ਉਹ ਵਿਦਵਾਨ ਵੀ ਕੇਵਲ ਧਾਰਮਿਕ ਨਹੀਂ, ਕਿਸੇ ਫੀਲਡ ਦਾ ਵੀ ਵਿਦਵਾਨ ਹੋ ਸਕਦਾ। ਤੋ ਬਹੁਤ ਆਲਮ ਫਾਜ਼ਲ ਮਨੁੱਖ ਹੋਵੇ, ਬੜਾ ਹਿਕਮਤ ਦਾ ਮਾਹਰ ਹੋਵੇ, ਤੇ ਉਸ ਨੂੰ ਪੰਡਿਤ ਕਹਿ ਦਿੱਤਾ ਜਾਂਦਾ, ਉਸ ਨੂੰ ਵਿਦਵਾਨ ਕਹਿ ਦਿੱਤਾ ਜਾਂਦਾ। ਉਹ ਵਿਦਵਾਨ ਭੂਗੋਲ ਦਾ ਹੋ ਸਕਦਾ, ਉਹ ਵਿਦਵਾਨ ਖਗੋਲ ਦਾ ਵੀ ਹੋ ਸਕਦਾ, ਉਹ ਵਿਦਵਾਨ ਸਾਹਿਤ ਦਾ ਵੀ ਹੋ ਸਕਦਾ ਹੈ, ਉਹ ਵਿਦਵਾਨ ਮੈਡੀਕਲ ਸਾਇੰਸ ਦਾ ਵੀ ਹੋ ਸਕਦਾ ਹੈ। ਯਾਨੀ ਕਿ ਉਹ ਕਿਸੇ ਵੀ ਖੇਤਰ ਦਾ ਜਾਂ ਫੀਲਡ ਦਾ ਵਿਦਵਾਨ ਹੋ ਸਕਦਾ ਹੈ। ਜਿਹਦੇ ਕੋਲ ਵਿਦਵਤਾ ਹੈ, ਜਿਹਦੇ ਕੋਲ ਜਾਣਕਾਰੀ ਹੈ, ਉਹ ਵਿਦਵਾਨ ਹੈ। ਉਹਦਾ ਫੀਲਡ ਡਿਫਰੈਂਟ ਹੋ ਸਕਦਾ। ਸਾਧ ਸੰਗਤ, ਜਿਹੜੇ ਸ਼ਬਦ ਦੀ ਅੱਜ ਅਸੀਂ ਵਿਚਾਰ ਕਰਨੀ ਹੈ, ਇਹ ਸ਼ਬਦ ਵਿੱਚ ਕਬੀਰ ਸਾਹਿਬ ਦੀ ਇੱਕ ਵਿਦਵਾਨ ਨਾਲ ਵਾਰਤਾ ਹੋਈ। ਉਹ ਬੜੀਆਂ ਆਲ ਪਤਾਲ ਦੀਆਂ ਗੱਲਾਂ ਕਰਦਾ ਸੀ, ਉਹ ਖਗੋਲ ਦੀਆਂ ਵੀ ਗੱਲਾਂ ਕਰਦਾ ਸੀ। ਉਹ ਸਮਝਦਾ ਸੀ ਵੀ ਕਬੀਰ ਨੂੰ ਤੇ ਕੋਈ ਪਤਾ ਨਹੀਂ, ਕਿਤੇ ਜਲਾਇਆ ਦਾ ਮੁੰਡਾ ਹੈ, ਗੱਡੀ ਦਾ ਕੰਮ ਕਰਦਾ ਹੈ, ਥੋੜਾ ਬਹੁਤਾ ਕਾਵ ਰੂਪ ਰਚਨਾ ਇਹਨੂੰ ਆ ਗਿਆ ਹੈ, ਤੇ ਧਾਰਮਿਕ ਪਾਸੇ ਲੱਗ ਗਿਆ, ਨਾਮ ਜਪਦਾ ਹੈ। ਚਲੋ ਇਹਦੀ ਅਵਸਥਾ ਇਸ ਪੱਖੋਂ ਠੀਕ ਹੋਵੇਗੀ, ਬਾਕੀ ਇਹਨੂੰ ਭੂਗੋਲ ਬਾਰੇ ਵਿਚਾਰੇ ਨੂੰ ਕੀ ਪਤਾ, ਇਹਨੂੰ ਖਗੋਲ ਬਾਰੇ ਕੀ ਪਤਾ। ਪਿਆਰੇ, ਉਹ ਭੂਗੋਲ ਸ਼ਬਦ ਬਣਿਆ ਹੈ ਭੂ ਜਮਾ ਗੋਲ। ਭੂ ਮੈਨੇ ਜ਼ਮੀਨ, ਜੋ ਕਿ ਜ਼ਮੀਨ ਗੋਲ ਹੈ। ਤੋ ਧਰਤੀ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਰੱਖਦਾ ਹੋਵੇ, ਉਹਨੂੰ ਭੂਗੋਲ ਵਿਗਿਆਨੀ ਕਹਿੰਦੇ। ਤੇ ਪਿਆਰਿਓ, ਧਰਤੀ ਤੋਂ ਉੱਪਰ ਖੋਜ ਕਰਨੀ ਹੈ, ਸਪੇਸ ਦੀ ਖੋਜ ਕਰਨੀ ਹੈ। ਤੇ ਸਪੇਸ ਵਿੱਚ ਕੌਣ ਉੱਡਦਾ ਹੈ? ਪੰਛੀ ਉੱਡਦਾ ਹੈ। ਪੰਛੀ ਨੂੰ ਕਹਿੰਦੇ ਨੇ ਖੱਗ, ਤੇ ਖੱਗ ਪਲੱਸ ਓਲ ਹੈ, ਉਹ ਵੀ ਗੋਲ ਹੀ। ਤੋ ਜਿਹੜਾ ਆਕਾਸ਼ ਦੇ ਸੰਬੰਧ ਵਿੱਚ ਜਾਣਕਾਰੀ ਰੱਖਦਾ ਹੈ, ਉਹ ਖਗੋਲ ਵਿਗਿਆਨੀ, ਉਹਨੂੰ ਸਪੇਸ ਵੀ ਅੱਜ ਕੱਲ੍ਹ ਕਹਿ ਲੈਂਦੇ ਨੇ। ਹੁਣ ਉਹ ਖਗੋਲ ਬਾਰੇ ਬੜੀਆਂ ਗੱਲਾਂ ਕਰਦਾ ਸੀ, ਚੰਦਰਮੇ ਬਾਰੇ, ਸੂਰਜ ਬਾਰੇ, ਤਾਰਿਆਂ ਬਾਰੇ, ਔਰ ਆਕਾਸ਼ ਦੇ ਸੰਬੰਧ ਵਿੱਚ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਮਝਦਾ ਸੀ ਵੀ ਕਬੀਰ ਨੂੰ ਕੀ ਪਤਾ। ਹੁਣ ਸਾਡਾ ਵੀ ਇਹ ਸਮੱਸਿਆ ਨਾ ਵੀ ਅਸੀਂ ਕਿਸੇ ਨਾਲ ਜਦੋਂ ਗੱਲ ਕਰਦੇ ਆ, ਉਹਦੀ ਲੁੱਕ ਦੇਖਦੇ ਆ, ਉਹਦੇ ਕੱਪੜੇ ਦੇਖਦੇ। ਹੁਣ ਮੈਂ ਕਈ ਵਾਰ ਅਰਜ਼ ਕਰਨਾ ਵੀ ਮੇਰਾ ਪਿੰਡਾਂ ਨਾਲ ਵਾਹ ਹੈ, ਸਾਡੇ ਉੱਥੇ ਤੇ ਕਈ ਮੁੰਡੇ ਚਿੱਟੇ ਅਨਪੜ੍ਹ ਨੇ, ਤੇ 3 ਪੀਸ ਉਹਨਾਂ ਪਾਇਆ ਹੁੰਦਾ, ਸਵਾ ਕੇ ਟਾਈ ਲਾਈ ਹੈ, ਇੰਝ ਲੱਗਦਾ ਜਿਵੇਂ ਘੱਟ ਤੋਂ ਘੱਟ 2 PhDਆਂ ਕੀਤੀਆਂ ਹੋਣ, ਤੇ ਘਰ ਸਿਗਨੇਚਰ ਵੀ ਨਹੀਂ ਸਕਦੇ, ਅੰਗੂਠਾ ਲਾ ਕੇ। ਤੋ ਕੱਪੜੇ ਸੋਹਣੇ ਪਾਣੇ, ਵਧੀਆ ਲੁੱਕ ਬਣਾ ਕੇ ਰੱਖਣੀ ਚੰਗੀ ਗੱਲ ਹੈ, ਰੱਖਣੀ ਚਾਹੀਦੀ ਹੈ, ਕਿਉਂਕਿ ਸ਼ਾਨ ਮਾਰੇ ਔਰ ਕੋ ਬੇਸ਼ਾਨ ਮਾਰੇ ਆਪ। ਜੇ ਅਸੀਂ ਅਫੋਰਡ ਕਰਨੇ ਆ ਤੇ ਕੋਈ ਹਰਜ ਨਹੀਂ, ਪਰ ਉਂਝ ਕਿਸੇ ਨਾਲ ਗੱਲ ਕਰਨ ਲੱਗਿਆ ਸਿਰਫ ਉਹਦੇ ਕੱਪੜੇ ਨਾ ਵੇਖੋ, ਡਿਸਕਸ ਸ਼ੁਰੂ ਕਰ ਲਓ। ਜਿਵੇਂ ਹੀ ਉਹ ਡਿਸਕਸ ਸ਼ੁਰੂ ਕਰੇਗਾ, ਉਹਦੇ ਅੰਦਰ ਕੀ ਹੈ ਸਭ ਕੁਝ ਬਾਹਰ ਆ ਜਾਏਗਾ। ਉਹਦੀ ਕਿਤਨੀ ਕੁ ਅਵਸਥਾ ਹੈ, ਕਿਤਨੀ ਕੁ ਉਹਦੀ ਐਜੂਕੇਸ਼ਨ ਹੈ, ਕਿਤਨਾ ਕੁ ਉਹ ਬੋਧ ਰੱਖਦਾ। ਥੋੜੀ ਗੱਲਬਾਤ ਸ਼ੁਰੂ ਤੇ ਕਰੋ ਨਾ, ਸਿਰਫ ਕੱਪੜੇ ਨਾ ਵੇਖੋ। ਕਦੀ ਕਦੀ ਉਲਟਾ ਵੀ ਹੋ ਜਾਂਦਾ, ਲਾਈਫ ਸਟਾਈਲ ਬੜਾ ਸਿੰਪਲ ਹੁੰਦਾ ਹੈ, ਬੰਦਾ ਬੜਾ ਆਲਮ ਫਾਜ਼ਲ ਹੁੰਦਾ ਹੈ, तो फिर उत्थे गल बन जाती भी मंत्री होए ठूहिया नागी लगे जाए। मंत्र ते सिक्ख्या सी ठूहे नूं काबू करन दा ते हथ कोबरे नूं पा लिया। कहंदा भी ये ते मेरे तो भुल हो गई है, मैनूं तो पता नहीं सी।
ਕਬੀਰ ਸਾਹਿਬ ਨਾਲ ਚਰਚਾ ਕਰਦਾ ਉਹ ਮੈਂਟਲੀ ਪ੍ਰਪੇਅਰ ਵੀ, ਇਹਨੂੰ ਵਿਚਾਰੇ ਨੂੰ ਕੀ ਪਤਾ, ਇਹਨੂੰ ਤੇ ਖਬਰ ਹੀ ਕੋਈ ਨਹੀਂ ਕਿ ਅਨਪੜ੍ਹ ਬੰਦਾ। ਤੋ ਕਬੀਰ ਸਾਹਿਬ ਮਹਾਰਾਜ ਉਹਨੂੰ ਕਹਿੰਦੇ ਨੇ ਵੀ ਚੱਲ ਠੀਕ ਹੈ, ਤੂੰ ਕੁਝ ਗੱਲਾਂ ਕੀਤੀਆਂ, ਸਵਾਲ ਕੀਤੇ, ਹੁਣ ਮੈਂ ਵੀ ਤੇਰੇ ਨਾਲ ਕੁਝ ਵਿਚਾਰ ਕਰਨਾ। ਕਹਿ ਲਗਾ ਜੀ ਕਰੋ। ਤਾਂ ਭਗਤ ਕਬੀਰ ਸਾਹਿਬ ਮਹਾਰਾਜ ਉਸ ਪੰਡਿਤ ਨੂੰ, ਵਿਦਵਾਨ ਨੂੰ ਕਹਿਣ ਲੱਗੇ, ਓਏ ਜੋ ਦਿਸੈ ਅੰਬਰ ਤਾਰੇ, ਆ ਜਿਹੜੇ ਅੰਬਰ ਵਿੱਚ, ਆਕਾਸ਼ ਵਿੱਚ ਤਾਰੇ ਨੇ, ਕਿਨ ਓਏ ਚੀਤੇ ਚੀਤਨ ਹਾਰੇ, ਉਹ ਕਿਨ ਬਣਾਏ ਨੇ? ਇੱਕ ਗੱਲ, ਕਿਹਦੇ ਆਸਰੇ ਤੇ ਖੜੇ ਨੇ? ਦੂਜੀ ਗੱਲ, ਔਰ ਕਿਹਦਾ ਇਹਨਾਂ ਵਿੱਚ ਪ੍ਰਕਾਸ਼ ਹੈ? ਤੀਜੀ ਗੱਲ। ਮੇਰੇ ਤਿੰਨ ਪ੍ਰਸ਼ਨ ਨੇ। ਇਹਨਾਂ ਨੂੰ ਬਣਾਇਆ ਕਿਨ ਹੈ? ਇਹ ਆਕਾਸ਼ ਵਿੱਚ, ਸਪੇਸ ਵਿੱਚ ਕਿਵੇਂ ਖੜੇ ਨੇ? ਨਾ ਉੱਤੋਂ ਕੋਈ ਆਸਰਾ, ਨਾ ਹੇਠੋਂ ਕੋਈ ਪਿੱਲਰ ਬਣਾਏ ਨੇ, ਨਾ ਸਾਈਡਾਂ ਤੋਂ ਕੋਈ ਖਿੱਚ ਪਾਈ ਹੈ। ਮੈਨੂੰ ਦੱਸ, ਇਹ ਤਾਰੇ ਕਿਸ ਆਸਰੇ ਤੇ ਖੜੇ ਨੇ, ਕਿਵੇਂ ਖੜੇ ਨੇ? ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਉਹ ਕਿੰਨੇ ਬਣਾਏ ਨੇ ਤੇ ਕਿਵੇਂ ਬਣਾਏ ਨੇ? ਇਹ ਭਗਤ ਕਬੀਰ ਸਾਹਿਬ ਮਹਾਰਾਜ ਉਸ ਪੰਡਿਤ ਨੂੰ, ਉਸ ਵਿਦਵਾਨ ਨੂੰ ਸਵਾਲ ਕਰਦੇ। ਹੁਣ ਇੱਥੇ ਸ਼ੁਰੂਆਤੀ ਲਫ਼ਜ਼ ਹੈ ਓਏ। ਗੁਰਬਾਣੀ ਨਾਲ ਪਿਆਰ ਸਤਿਕਾਰ ਕਰਨ ਵਾਲੀਆਂ ਸੰਗਤਾਂ ਬਿਰਾਜਮਾਨ ਜੇ, ਮੈਂ ਬੇਨਤੀ ਕਰਦਿਆਂ ਨੁਕਤੇ ਦੀ ਬੇਨਤੀ ਹੈ, ਮੈਂ ਇੱਥੇ ਮਹਾਰਾਜ ਦੀ ਤਾਬਿਆ ਬੈਠਾ, ਆਪ ਜੀ ਹੇਠਾਂ ਬੈਠੇ ਕਰਕੇ ਦਰਸ਼ਨ ਨਹੀਂ ਕਰ ਸਕਦੇ ਨੇੜਿਓਂ। ਓਏ ਦਾ ਜਿਹੜਾ ਸਰੂਪ ਹੈ ਇੱਥੇ, ਅੱਜ ਜਿੱਥੋਂ ਸ਼ੁਰੂ ਹੋਇਆ ਹੈ, ਉਹ ਊੜਾ ਖੁੱਲੇ ਮੂੰਹ ਵਾਲਾ ਤੇ ਈੜੀ ਨੂੰ ਹੁਸ਼ਿਆਰੀ ਹੈ ਓਏ। ਹੁਣ ਇਹ ਗੁਰਬਾਣੀ 'ਚ ਇੱਕ ਥਾਂ ਤੇ ਨਹੀਂ ਆਉਂਦਾ, ਕਈਆਂ ਥਾਵਾਂ ਤੇ ਆਉਂਦਾ। ਇਹਦੇ ਅਰਥ ਜਦੋਂ ਵੀ ਊੜਾ ਖੁੱਲਾ ਈੜੀ ਨੂੰ ਹੁਸ਼ਿਆਰੀ ਆ ਜਾਏ, ਪਿਆਰਿਓ ਥੋੜਾ ਜਿਹਾ ਸੁਰ ਤੇ ਜ਼ੋਰ ਦਿਓ। ਨਿੱਕੇ ਨਿੱਕੇ ਨੁਕਤੇ ਸੁਰਤ ਵਿੱਚ ਬਹਿ ਜਾਣ ਤੇ ਸਹਿਜ ਪਾਠ ਕਰਨ ਲੱਗਿਆ ਆਨੰਦ ਜ਼ਿਆਦਾ ਆਉਂਦਾ, ਕਿਉਂਕਿ ਥੋੜਾ ਥੋੜਾ ਨਾਲ ਮੀਨਿੰਗ ਸਮਝ ਆਉਣ ਲੱਗ ਪੈਂਦੀ। ਇਹ ਜਿਹੜਾ ਓਏ ਸ਼ਬਦ ਹੈ, ਇਹ ਗੁਰਬਾਣੀ ਵਿੱਚ ਜਿਹੜਾ ਉਹ ਹੈ ਨਾ, ਉਹ ਇੱਕ ਵਚਨ ਹੈ, ਓਏ ਬਹੁਵਚਨ। ਜਦੋਂ ਵੀ ਊੜਾ ਹਾਹਾ ਉਹ ਆ ਜਾਏ, ਉਹ ਇੱਕ ਦੀ ਗੱਲ ਹੈ, ਔਰ ਆਮ ਤੌਰ ਤੇ ਉਹ ਪ੍ਰਮਾਤਮਾ ਦੀ ਗੱਲ ਹੈ। ਜਦੋਂ ਵੀ ਉਹਦਾ ਹਾਹਾ ਉੱਡ ਜਾਏ ਤੇ ਈੜੀ ਹੁਸ਼ਿਆਰੀ ਨਾਲ ਆ ਜਾਏ, ਉਹ ਉਹਦਾ ਬਹੁਵਚਨ ਬਣ ਜਾਏ। ਜਿਵੇਂ ਅੰਗੀਕਾਰ ਉਹ ਕਰੇ ਤੇਰਾ। ਹੁਣ ਜਿਹੜਾ ਇੱਥੇ ਉਹ ਸ਼ਬਦ ਹੈ, ਹੁਣ ਆਪਾਂ ਦੋ ਜਣੇ ਗੱਲ ਕਰੀਏ, ਇੱਕ ਮੈਂ ਤੇ ਇੱਕ ਤੂੰ, ਤੇ ਮੈਂ ਤੂੰ ਨੂੰ ਇਹ ਕਵੇ ਉਹ ਜਿਹੜਾ ਬੰਦਾ ਹੈ ਉਹ ਚੰਗਾ ਬੰਦਾ। ਇੱਕ ਮੈਂ, ਇੱਕ ਤੂੰ, ਇੱਕ ਥਰਡ ਪਰਸਨ। ਮੈਂ ਤੂੰ ਨੂੰ ਕਹਿੰਦਾ ਹੈ ਵੀ ਜਿਹੜਾ ਉਹ ਬੰਦਾ ਹੈ ਉਹ ਠੀਕ ਨਹੀਂ। ਹੁਣ ਇਹਦਾ ਮਤਲਬ ਉਹ ਕੋਈ ਤੀਜਾ ਹੈ, ਉਹ ਕੋਈ ਤੀਜਾ ਹੈ। ਔਰ ਉਹ ਜਦੋਂ ਮਹਾਰਾਜ ਕਹਿੰਦੇ ਨੇ ਅੰਗੀਕਾਰ ਉਹ ਕਰੇ ਤੇਰਾ, ਉਹ ਪ੍ਰਮਾਤਮਾ ਵੱਲ। ਜਿਹੜੇ ਕਹਿੰਦੇ ਪ੍ਰਮਾਤਮਾ ਹੈ ਹੀ ਨਹੀਂ, ਉਹ ਸਮਝ ਲੈਣ ਵੀ ਉਹ ਹੈ ਵੀ। ਤੋ ਪਿਆਰਿਓ ਏਸੀ ਚੱਲਦਾ ਹੈ ਪਿਆ, ਇਹ ਡੋਰ ਜਿਹੜੀ ਇਹ ਲਾ ਦਿਓ। ਆ ਗੁਰਮੁਖ ਪਿਆਰਿਓ ਡੋਰ ਲਾ ਦਿਓ, ਆ ਦਰਵਾਜ਼ਾ ਬੰਦ ਕਰ ਦਿਓ, ਜਾਂ ਤੇ ਇਹਨੂੰ ਚਲਾਓ ਨਾ, ਜਾਂ ਫਿਰ ਇਹਨੂੰ ਬੰਦ ਰੱਖੋ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ, ਫਿਰ ਆਖੋ ਜੀ ਸਤਿਨਾਮ ਸ੍ਰੀ। ਹੁਣ ਉਹ ਇੱਕ ਵਚਨ ਹੈ ਤੇ ਓਏ ਬਹੁਵਚਨ। ਹੁਣ ਤਾਰੇ ਕਿਉਂਕਿ ਜ਼ਿਆਦਾ ਗਿਣਤੀ 'ਚ ਨੇ, ਕਿ ਮੈਂ ਤਾਂ ਅਰਜ਼ ਕਰ ਰਿਹਾ ਗੁਰਮੁਖ ਪਿਆਰਿਓ, ਵੀ ਜਦੋਂ ਕਿਤੇ ਤੁਸੀਂ ਦੁਬਾਰਾ ਇਹ ਸ਼ਬਦ ਗੁਰਬਾਣੀ 'ਚੋਂ ਪੜ੍ਹੋ ਜਾਂ ਵਿਚਾਰੋ ਜਾਂ ਕਥਾ ਸੁਣੋ, ਤੇ ਤੁਹਾਨੂੰ ਇਹ ਦਮਦਮਾ ਸਾਹਿਬ ਵਾਲੀ ਕਥਾ ਵੀ ਚੇਤਾ ਆ ਜਾਏ। ਇਹਨੂੰ ਅਸੀਂ ਨਿੱਠ ਕੇ ਸਮਝੀਏ ਵੀ ਇਹਦੇ ਅਰਥ ਪਦ ਅਰਥ ਕੀ ਨੇ, ਇਹਦੇ ਸਰਲ ਅਰਥ ਕੀ ਨੇ, ਔਰ ਈਵਨ ਇਹਦਾ ਭਾਵ ਅਰਥ ਕੀ ਹੈ। ਸਹਿਯੋਗ ਦਿਓਗੇ ਤੇ ਜ਼ਰੂਰ ਗੱਲ ਸਮਝ ਵਿੱਚ ਆਵੇ। ਇਕਾਗਰਤਾ ਬਖਸ਼ ਕੇ ਸੁਰਤ ਸ਼ਬਦ ਵਿੱਚ ਜੋੜੋਗੇ ਤੇ ਮੈਨੂੰ ਭਰੋਸਾ ਹੈ ਵੀ ਜ਼ਰੂਰ ਕਿਸੇ ਨਾ ਕਿਸੇ ਹੱਦ ਤੱਕ 100% ਨਹੀਂ ਤੇ ਕੁਝ % ਗੱਲ ਜ਼ਰੂਰ ਸਮਝ ਵਿੱਚ ਆ ਜਾਂਦੀ। ਹੁਣ ਦੋ ਵਿਚਾਰਾਂ ਹੋ ਰਹੀਆਂ ਨੇ, ਇੱਕ ਪਾਸੇ ਕਬੀਰ ਸਾਹਿਬ ਨੇ, ਇੱਕ ਪਾਸੇ ਇੱਕ ਵਿਦਵਾਨ ਬੈਠਾ, ਉਹ ਬੜੀਆਂ ਆਲ ਪਤਾਲ ਦੀਆਂ ਗੱਲਾਂ ਕਰਦਾ।
ਤੇ ਮਹਾਰਾਜ ਕਹਿੰਦੇ ਨੇ ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਤੂੰ ਮੈਨੂੰ ਬੜੇ ਪ੍ਰਸ਼ਨ ਕੀਤੇ ਨੇ, ਮੈਂ ਗੁੱਸਾ ਨਹੀਂ ਕੀਤਾ, ਮੈਂ ਜਵਾਬ ਦਿੱਤੇ ਨੇ। ਹੁਣ ਤੂੰ ਦੱਸ ਬਈ ਆ ਜਿਹੜੇ ਤਾਰੇ ਨੇ ਇਹ ਕਿਹਨ ਬਣਾਏ ਨੇ ਤੇ ਕਿਹਦੇ ਆਸਰੇ ਤੇ ਖੜੇ। ਫਿਰ ਮੈਂ ਤੇਰੇ ਨਾਲ ਤੀਜੀ ਗੱਲ ਵੀ ਕਰਾਂ, ਪ੍ਰਕਾਸ਼ ਕਿਹਦਾ ਹੈ, ਇਹ ਗੱਲ ਵੀ ਕਹਿੰਦੇ ਬਾਅਦ ਮੈਂ ਪੁੱਛਾਂਗਾ। ਹੁਣ ਤੂੰ ਦੱਸ ਇਹ ਬਣਾਏ ਕਿਹਨ ਨੇ ਤੇ ਖੜੇ ਕਿਹਦੇ ਆਸਰੇ। ਹੁਣ ਉਹਦੇ ਕੋਲ ਕੋਈ ਜਵਾਬ ਨਹੀਂ, ਉਹਦਾ ਆਪਣਾ ਜਿੰਨਾ ਕੁ ਬੋਧ ਹੈ, ਜਿੰਨਾ ਕੁ ਗਿਆਨ ਹੈ, ਉਹਨੇ ਗੱਲਾਂ ਕਰ ਲਈਆਂ ਨੇ। ਇੱਕ ਹੋਰ ਬੇਨਤੀ ਪ੍ਰਵਾਨ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ, ਜਦੋਂ ਆਪਾਂ ਗੁਰੂਦੁਆਰੇ ਦੇ ਅੰਦਰ ਆਉਂਦੇ ਆ, ਜੋੜਾ ਜਮਾ ਹੁੰਦਾ ਹੈ, ਉਧਰੋਂ ਆਉਂਦੇ ਹੋ, ਭਾਵੇਂ ਆਉਂਦਿਆਂ ਪੌੜੀਆਂ 'ਚ ਬਾਹਰ ਪ੍ਰਕਰਮਾਂ 'ਚ ਫੋਨ ਜ਼ਰੂਰ ਬੰਦ ਕਰ ਲਿਆ। ਇਹ ਚੰਚਲ ਦੀਆਂ ਟਿਊਨਾਂ ਹੁੰਦੀਆਂ ਨੇ ਇਹਨਾਂ ਦੀਆਂ, ਔਰ ਇਹ ਧਿਆਨ ਖਿੱਚਦੀਆਂ ਨੇ, ਡਿਸਟਰਬ ਕਰਦੀਆਂ। ਔਰ ਇਹਦੇ ਵਿੱਚ ਮਾਹੌਲ ਵੀ ਸੋਹਣਾ ਬਣਦਾ ਤੇ ਗੁਰੂ ਦਾ ਸਤਿਕਾਰ ਵੀ। ਬੜੇ ਸਾਲ ਹੋ ਗਏ ਨੇ ਜਲੰਧਰ ਮੈਨੂੰ ਕਿਸੇ ਕੰਮ ਦੇ ਸਿਲਸਿਲੇ ਵਿੱਚ ਕੋਟ ਜਾਣਾ ਪਿਆ ਤੇ ਕੋਟ ਖਚਾ ਖਚ ਭਰਿਆ ਹੋਇਆ ਸੀ। ਉੱਥੇ ਵੀ ਲੋਕ ਇਹ ਮਿਸਟੇਕ ਕਰਦੇ ਸਨ, ਭਾਵੇਂ ਲਿਖ ਕੇ ਲਾਇਆ ਸੀ, ਕਈਆਂ ਦਾ ਫੋਨ ਆਨ ਰਹਿ ਜਾਣਾ। ਇਹ ਹੱਡ ਬੀਤੀ ਮੈਂ ਤੁਹਾਨੂੰ ਦੱਸ ਰਿਹਾ। ਕਿਸੇ ਦੀ ਟੋਨ ਵੱਜੀ, 4-5 ਬੰਦੇ ਪਹਿਲਾਂ ਹੀ ਉਹਨਾਂ ਨੇ ਅੰਦਰ ਖੜੇ ਕੀਤੇ ਸਨ, ਭੀੜ 'ਚ ਵੀ ਧਿਆਨ ਰੱਖਣਾ ਹੈ। ਜਿਵੇਂ ਹੀ ਟੋਨ ਵੱਜੀ ਉਹਨੇ ਹੱਥ ਤੋਂ ਫੜ ਲਿਆ, ਜੱਜ ਦੇ ਸਾਹਮਣੇ ਖੜਾ ਕਹਿ ਲਗਾ 24 ਘੰਟੇ ਇਹਨੂੰ ਲੌਕਅਪ 'ਚ ਰੱਖੋ। ਇਹ ਮੇਰਾ ਹੁਕਮ। ਇਹ ਗੁਸਤਾਖ ਬੰਦਾ ਹੈ, ਇਹਨੇ ਸਾਰਾ ਮਾਹੌਲ ਖਰਾਬ ਕੀਤਾ, ਇਹਨੂੰ 24 ਘੰਟੇ ਲੌਕਅਪ 'ਚ ਰੱਖੋ। ਗੁੱਸਾ ਨਾ ਕਰਿਓ, ਮੈਂ ਇੱਕ ਹੱਡ ਬੀਤੀ ਸੁਣਾਈ। ਹੁਣ ਇੱਕ ਜੱਜ ਕੋਲ ਸਾਨੂੰ ਅਧਿਕਾਰ ਨਹੀਂ ਵੀ ਇਹਨੂੰ ਖੁੱਲਾ ਲੈ ਕੇ ਚਲੇ ਜਾਈਏ। ਉਹ ਯਾਰੋ ਜਿਹੜਾ ਪਤਾ ਨਹੀਂ ਕਿੰਨੇ ਜੱਜਾਂ ਦਾ ਮਹਾਨ ਜੱਜ ਹੈ, ਜਿਹੜਾ ਲੋਕ ਪਰਲੋਕ ਦਾ ਮਾਲਕ ਹੈ, ਉਹਦੇ ਪ੍ਰਤੀ ਵੀ ਤੇ ਆਸਥਾ, ਉਹਦੇ ਪ੍ਰਤੀ ਵੀ ਤੇ ਸ਼ਰਧਾ। ਹਾਂ ਕਈ ਵਾਰ ਹੋ ਜਾਂਦਾ ਹੈ, ਭੁਲੇਖੇ ਨਾਲ ਮੈਮਰੀ ਨਹੀਂ ਉਹਨਾਂ ਕਈ ਵਾਰ ਕੰਮ ਕਰਦੀ, ਚੇਤਾ ਨਹੀਂ ਗਈ ਦਾ ਬੰਦ ਕਰਨਾ, ਵੱਖਰੀ ਗੱਲ ਹੈ, ਕੋਈ ਗੱਲ ਨਹੀਂ। ਪਰ ਕੋਸ਼ਿਸ਼ ਪਿਆਰਿਓ ਕਰਿਆ ਕਰੋ ਵੀ ਅੰਦਰ ਲਾਉਣ ਲੱਗੇ ਇਹਨੂੰ ਬੰਦ ਨਾ ਕਰੋ, ਸਾਇਲੈਂਟ ਕਰ ਲਿਆ ਕਰੋ, ਬੜੀ ਮਿਹਰਬਾਨੀ ਹੋਵੇ। ਇੱਕ ਵਾਰੀ ਫਿਰ ਬੇਨਤੀ ਪ੍ਰਵਾਨ ਕਰੋ ਤੇ ਆਖੋ ਸਤਨਾਮ ਸ੍ਰੀ। ਕਬੀਰ ਸਾਹਿਬ ਮਹਾਰਾਜ ਆਖਣਗੇ ਜਿਹੜੇ ਬਹੁ ਗਿਣਤੀ ਤਾਰੇ ਨੇ, ਓਏ ਜੋ ਦਿਸੈ ਅੰਬਰ ਤਾਰੇ, 10 ਕਿਨ ਓਏ ਚੀਤੇ ਚੀਤਨ ਹਾਰੇ। ਇਹਨਾਂ ਨੂੰ ਕੇਨ ਬਣਾਇਆ ਹੈ ਤੇ ਕੇਨ ਸਪੇਸ ਵਿੱਚ ਟਿਕਾਇਆ। ਨਾ ਤੇ ਇਹਨਾਂ ਦੇ ਥੱਲੇ ਕੋਈ ਪਿੱਲਰ ਹੈ, ਨਾ ਇਹਨਾਂ ਨੂੰ ਉੱਪਰੋਂ ਖਿੱਚਾਂ ਪਾ ਕੇ ਟਿਕਾਇਆ ਗਿਆ, ਨਾ ਇਹਨਾਂ ਨੂੰ ਸਾਈਡਾਂ ਤੋਂ ਕੋਈ ਸਹਾਰਾ ਦਿੱਤਾ ਗਿਆ। ਮੈਨੂੰ ਇਹ ਦੱਸ ਵੀ ਇਹ ਕਿਹਨੇ ਬਣਾਏ ਨੇ ਤੇ ਕਿਹਦੇ ਆਸਰੇ ਤੇ ਖੜੇ। ਇਹ ਪ੍ਰਸ਼ਨ ਹੈ ਕਬੀਰ ਸਾਹਿਬ ਦਾ। ਇਹ ਅੱਜ ਵੀ ਸਾਨੂੰ ਕੋਈ ਪ੍ਰਸ਼ਨ ਕਰ ਸਕਦਾ, ਸਵਾਲ ਕਰ, ਤੁਸੀਂ ਦੱਸੋ ਜੀ ਇਹ ਕਿਹਨੇ ਬਣਾਏ ਨੇ, ਕਿਵੇਂ ਬਣਾਏ ਨੇ, ਕਿਵੇਂ ਖੜੇ ਨੇ, ਕਰ ਸਕਦਾ ਨਾ ਪ੍ਰਸ਼ਨ। ਤੋ ਇਹਦਾ ਹੁਣ ਉੱਤਰ ਕੀ ਹੈ? ਭਗਤ ਕਬੀਰ ਸਾਹਿਬ ਮਹਾਰਾਜ ਨੇ ਆਪਣੀ ਬਾਣੀ 'ਚ ਇਹਦੇ ਜਵਾਬ ਦਿੱਤੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਹਰ ਬਾਣੀਕਾਰ ਨੇ ਆਪਣੀ ਆਪਣੀ ਬਾਣੀ ਕਿਤੇ ਨਾ ਕਿਤੇ ਸ੍ਰਿਸ਼ਟੀ ਰਚਨਾ ਦੇ ਵਿਸ਼ੇ ਦੇ ਉੱਤੇ ਜ਼ਰੂਰ ਗੱਲ ਕੀਤੀ। ਹੁਣ ਕਿਉਂਕਿ ਇੱਥੇ ਸਰਦਾਰੀ ਗੁਰੂ ਨਾਨਕ ਦੀ, ਦੇਖੋ 10 ਗੁਰੂ ਸਾਹਿਬਾਨ ਚੋਂ 6 ਗੁਰੂਆਂ ਨੇ ਬਾਣੀ ਉਚਾਰਨ ਕੀਤੀ ਹੈ ਪਿਆਰਿਓ, ਪਹਿਲੇ ਦੂਜੇ ਕ੍ਰਮਵਾਰ, ਤੀਜੇ ਚੌਥੇ ਪੰਜਵੇਂ ਤੇ 9ਵੇਂ। ਪਰ ਜਦੋਂ ਵੀ ਬਾਣੀ ਪਾਤਸ਼ਾਹ ਰਚਦੇ ਨੇ ਤੇ ਸ਼ਬਦ ਨਾਨਕ ਦੀ ਵਰਤੋਂ ਕਰਦੇ। ਇਹਨੂੰ ਥੋੜਾ ਜਿਹਾ ਸਮਝ ਲਿਆ ਜੇ, ਫਿਰ ਮੈਂ ਤੁਹਾਡਾ ਇੱਧਰ ਧਿਆਨ ਦਵਾ। ਕੀ ਬਾਤ। ਸ਼ਬਦ ਨਾਨਕ ਦੀ ਵਰਤੋਂ ਕਰਦੇ। ਗੁਰੂ ਨਾਨਕ ਸਾਹਿਬ ਨੇ ਤੇ ਨਾਨਕ ਪਦ ਵਰਤਣਾ ਹੀ ਸੀ। ਗੁਰੂ ਅੰਗਦ ਸਾਹਿਬ ਕਵਿਤਾ ਸਾਹਿਤ ਰਚਨ ਲੱਗੇ, ਅੰਗਦ ਸ਼ਬਦ ਨਹੀਂ ਵਰਤਦੇ, ਲੈਣਾ ਸ਼ਬਦ ਵੀ ਨਹੀਂ ਵਰਤਦੇ। ਉਹ ਕੀ ਵਰਤਦੇ ਨੇ? ਉਹ ਨਾਨਕ ਪਦ ਵਰਤਦੇ। ਉਹ ਸਮਝਦੇ ਨੇ ਕਿ ਸਰੀਰ ਬਦਲ ਗਿਆ ਹੈ, ਇਸ ਸਰੀਰ ਵਿੱਚ ਜੋਤ ਤੇ ਜੁਗਤ ਹੋਈ। ਇਹਨੂੰ ਗੁਰਬਾਣੀ 'ਚ ਲਿਖਿਆ ਵੀ, ਜੋਤ ਓਹਾ, ਓਹਾ ਮੀਨ ਗੁਰੂ ਨਾਨਕ ਵਾਲੀ, ਜੁਗਤ ਸਾਏ, ਜੁਗਤ ਵੀ ਉਹੀ, ਸ਼ਹਿ ਕਾਇਆ ਫੇਰ ਪਲਟੀ ਹੈ। ਸਿਰਫ ਮਾਲਕ ਨੇ ਕਾਇਆ ਪਲਟੀ ਹੈ। ਇਹਦੇ ਵਿੱਚ ਜੋਤ, ਆਈਡੀਓਲੋਜੀ, ਜੁਗਤ ਇਹ ਬਦਲੀ ਨਹੀਂ ਗਈ, ਸੋਚ ਉਹ ਹੀ ਹੈ ਗੁਰੂ ਨਾਨਕ ਵਾਲੀ।
ਹੁਣ ਇੱਥੇ ਮੈਂ ਥੋੜਾ ਜਿਹਾ 1 ਮਿੰਟ ਤੁਹਾਡਾ ਜ਼ਾਇਆ ਹੋਵੇਗਾ, ਬੇਨਤੀ ਕਰਨੀ ਚਾਹੁੰਦਾ ਕਿ ਕਿਉਂਕਿ ਗੁਰਬਾਣੀ 'ਚ ਲਿਖਿਆ ਹੈ, ਸਾਡਾ ਗੁਰਬਾਣੀ 'ਚ ਵਿਸ਼ਵਾਸ ਹੈ, ਅਸੀਂ ਹੱਥ ਜੋੜ ਕੇ ਸ਼ਰਧਾ ਨਾਲ ਮੰਨ ਲਈਏ। ਪਰ ਜਿਹਦੀ ਗੁਰਬਾਣੀ 'ਚ ਸ਼ਰਧਾ ਨਹੀਂ, ਉਹ ਕਹਿੰਦਾ ਵੀ ਇਹ ਕਿੱਦਾਂ ਹੋ ਸਕਦਾ ਵੀ ਇੱਕ ਵਿਅਕਤੀ ਜੋਤੀ ਜੋਤ ਸਮਾ ਗਿਆ, ਭਾਵਨਾ ਨਾਲ ਕਹਿੰਦਾ, ਉਹ ਕਹੇਗਾ ਵੀ ਅਕਾਲ ਚਲਾਣਾ ਕਰ ਗਿਆ, ਡੈਥ ਹੋ ਗਈ, ਉਹ ਤੇ ਇਦਾਂ ਕਹੇਗਾ ਨਾ, ਮੈਨੂੰ ਮਾਫ ਕਰ। ਇਹ ਕਿੱਦਾਂ ਹੋ ਗਿਆ ਵੀ ਉਹਦੀ ਆਈਡੀਓਲੋਜੀ ਵੀ ਉਹਦੇ 'ਚ ਚਲੀ ਗਈ, ਉਹਦੀ ਜੋਤ ਵੀ ਉਹਦੇ 'ਚ ਚਲੀ ਗਈ? ਇਹ ਕਿੱਦਾਂ ਹੋ ਸਕਦਾ? ਇਹ ਕਿੱਦਾਂ ਹੋ ਸਕਦਾ? ਮੈਂ ਬੇਨਤੀ ਕਰਾਂ, ਤਸੱਲੀ ਹੋ। ਇਹ ਹੁੰਦਾ ਸਾਡੇ ਵਾਸਤੇ ਬੜਾ ਸਿੰਪਲ ਹੈ ਵੀ ਦੋ ਸਾਡੇ ਕੋਲ ਬਰਤਨ ਨੇ, ਮੰਨ ਲਿਆ ਫਾਰ ਐਗਜ਼ਾਮਪਲ 2 ਬਾਲਟੀਆਂ ਨੇ, ਇੱਕ ਖਾਲੀ ਹੈ, ਇੱਕ ਵਿੱਚ ਪਾਣੀ ਭਰਿਆ। ਕੋਈ ਵੀ ਸਧਾਰਨ ਤੋਂ ਸਧਾਰਨ ਬੰਦਾ ਭਰੀ ਹੋਈ ਬਾਲਟੀ ਚੁੱਕ ਕੇ ਖਾਲੀ ਬਾਲਟੀ ਪਲਟ ਸਕਦਾ ਤੇ ਖਾਲੀ ਬਾਲਟੀ ਕੋਲ ਰੱਖ ਦੇਗਾ। ਖਾਲੀ ਭਰੀ ਗਈ ਹੈ ਤੇ ਭਰੀ ਖਾਲੀ ਹੋ ਗਈ। ਇਹ ਕੰਮ ਤੇ ਅਸੀਂ ਕਰ ਸਕਦੇ ਹਾਂ ਨਾ। ਹੁਣ ਅੱਗੇ ਚੱਲੋ। ਇੱਕ ਜਿਉਂਦੇ ਜਾਗਦੇ ਮਨੁੱਖ ਦੇ ਸਰੀਰ ਚੋਂ ਉਹਦੇ ਸਰੀਰ ਦਾ ਇੱਕ ਪਾਰਟ ਕੱਢ ਕੇ, ਫਾਰ ਐਗਜ਼ਾਮਪਲ ਅੱਖ ਕੱਢ ਕੇ, ਗੁਰਦਾ ਕੱਢ ਕੇ, ਕੁਝ ਕੱਢ ਕੇ ਤੇ ਦੂਜੇ ਸਰੀਰ ਵਿੱਚ ਫਿੱਟ ਕਰਨਾ ਹੈ, ਤੇ ਉਹ ਕੌਣ ਕਰ ਸਕਦਾ ਹੈ? ਡਾਕਟਰ ਕਰ ਸਕਦਾ। ਯਾਰ ਉਹ ਕਰਦਾ ਹੈ ਨਾ। ਅੱਜ ਦੀ ਤਰੀਕ 'ਚ ਇਹ ਗੱਲ ਕੋਈ ਬਹੁਤ ਜ਼ਿਆਦਾ ਔਖੀ ਨਹੀਂ ਨਾ। ਇਹ ਗੱਲ ਵੱਖਰੀ ਵੀ ਟੀਮ ਵਰਕ ਹੁੰਦਾ ਹੈ, ਖਰਚ ਹੁੰਦਾ ਹੈ, ਥੋੜਾ ਖਤਰਾ ਵੀ ਬਣਿਆ ਰਹਿੰਦਾ ਹੈ, ਸਾਈਨ ਵਗੈਰਾ ਤੇ ਉਹ ਸਾਰੇ ਕਰਵਾ ਲੈਂਦੇ, ਪਰ ਕੋਈ 1% ਕੇਸ ਛੱਡ ਕੇ ਕੁਝ ਵੀ ਨਹੀਂ ਹੁੰਦਾ, ਸਭ ਕੁਝ ਠੀਕ ਠਾਕ ਹੋ ਜਾਂਦਾ। ਹੁਣ ਇੱਕ ਸਧਾਰਨ ਬੰਦਾ ਇੱਕ ਬਰਤਨ ਦਾ ਪਾਣੀ ਦੂਜੇ ਬਰਤਨ 'ਚ ਪਲਟ ਸਕਦਾ। ਇੱਕ ਡਾਕਟਰ ਸਰਜੀਅਨ ਇੱਕ ਸਰੀਰ ਦਾ ਪਾਰਟ ਦੂਜੇ ਸਰੀਰ ਵਿੱਚ ਟ੍ਰਾਂਸਫਰ ਕਰ ਸਕਦਾ। ਇੰਨੀ ਕੁ ਗੱਲ ਸਾਨੂੰ ਸਮਝ ਆ ਗਈ, ਅਸੀਂ ਐਕਸੈਪਟ ਵੀ ਕਰ ਲਈ। ਹੁਣ ਤੀਜੀ ਗੱਲ, ਅਜੇ ਸਾਡਾ ਮਿਆਰ ਉੱਥੋਂ ਤੱਕ ਨਹੀਂ ਪਹੁੰਚਿਆ। ਇੱਕ ਬਹੁਤ ਵੱਡਾ ਅਧਿਆਤਮਕਵਾਦੀ ਆਪਣੀ ਆਈਡੀਓਲੋਜੀ, ਆਪਣੀ ਜੋਤ, ਆਪਣੀ ਜੁਗਤ ਕਿਸੇ ਦੂਜੀ ਬਾਡੀ ਵਿੱਚ ਪਲਟ ਸਕਦਾ। ਜਿਵੇਂ ਅਸੀਂ ਪਾਣੀ ਪਲਟ ਸਕਦੇ ਹਾਂ, ਜਿਵੇਂ ਅਸੀਂ ਬਾਡੀ ਦੇ ਪਾਰਟ ਬਦਲ ਸਕਦੇ ਹਾਂ, ਉਹ ਆਪਣੀ ਆਈਡੀਓਲੋਜੀ ਨੂੰ ਬਦਲ ਸਕਦਾ, ਆਪਣੀ ਜੋਤ ਨੂੰ ਬਦਲ ਸਕਦਾ, ਆਪਣੀ ਜੁਗਤ ਨੂੰ ਬਦਲ ਸਕਦਾ। ਇਹ ਠੀਕ ਹੈ ਵੀ ਅੱਜ ਸਾਡੇ ਉੱਤੋਂ ਦੀ ਇਹ ਗੱਲ ਲੰਘ ਜਾਏ, ਪਰ ਇਹ ਪੋਸੀਬਲ। ਇਸ ਤਰ੍ਹਾਂ ਹੀ ਕੀਤਾ ਗੁਰੂ ਨਾਨਕ ਨੇ। ਹੁਣ ਜਦੋਂ ਜੋਤ ਤੇ ਜੁਗਤ ਚਲੀ ਗਈ, ਗੁਰੂ ਨਾਨਕ ਦੀ ਸਰਦਾਰੀ ਦੀ ਮੈਂ ਗੱਲ ਕੀਤੀ ਸੀ, ਉਹਨੂੰ ਮੈਂ ਐਕਸਪਲੇਨ ਕਰ ਰਿਹਾ। ਹੁਣ ਗੁਰੂ ਨਾਨਕ ਪਦ ਦੀ ਵਰਤੋਂ ਗੁਰੂ ਅੰਗਦ ਸਾਹਿਬ ਨੇ ਵੀ ਕੀਤੀ, ਤੀਜੇ, ਚੌਥੇ, ਪੰਜਵੇਂ ਤੇ 9ਵੇਂ ਪਾਤਸ਼ਾਹ ਨੇ ਕੀਤੀ। ਕਿਉਂ ਕੀਤੀ? ਕਿਉਂਕਿ ਸਰੀਰ ਬਦਲੇ ਨੇ, ਜੋਤ ਤੇ ਜੁਗਤ ਗੁਰੂ ਨਾਨਕ ਦੀ ਕੰਮ ਕਰ ਰਹੀ। ਇਸ ਲਈ ਅਸੀਂ ਸ਼ਬਦ ਦੇ ਪਿੱਛੇ ਅੰਗਦ, ਅਮਰਦਾਸ, ਰਾਮਦਾਸ ਗੁਰੂ, ਅਰਜਨ ਗੁਰੂ, ਤੇਗ ਬਹਾਦਰ ਗੁਰੂ ਨਹੀਂ ਵਰਤ ਸਕਦੇ, ਕਿਉਂਕਿ ਉਹ ਤੇ ਡਨ ਹੋ ਗਿਆ ਨਾ। ਸਤਿਗੁਰ ਕਾ ਜਨਮ ਹੈ ਗਵਨ ਮਟਾਇਆ, ਉਹ ਲਾਈਫ ਤੇ ਖਤਮ ਹੋ ਗਈ। ਇਹ ਫਿਰ ਨਵੀਂ ਲਾਈਫ ਸ਼ੁਰੂ ਹੋਈ ਸੀ। ਇਸ ਵਾਸਤੇ ਇਹ ਨਾਨਕ ਪਾਤੀ ਵਰਤੋਂ। ਹੁਣ ਗੁਰੂ ਨਾਨਕ ਸਾਹਿਬ ਦੀ ਸਰਦਾਰੀ ਹੈ। ਗੁਰੂ ਨਾਨਕ ਦਾ ਹੀ ਇੱਕ ਸ਼ਬਦ ਮੈਂ ਸ੍ਰਿਸ਼ਟੀ ਰਚਨਾ ਬਾਰੇ, ਜਿਹੜਾ ਤੁਸੀਂ ਰੋਜ਼ ਸੁਣਦੇ। ਕਬੀਰ ਸਾਹਿਬ ਪੰਡਤ ਨੂੰ, ਵਿਦਵਾਨ ਨੂੰ ਪੁੱਛਦੇ ਨੇ, ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਅੱਜ ਵੀ ਕੋਈ ਸਵਾਲ ਕਰ ਸਕਦਾ, ਪ੍ਰਸ਼ਨ ਪੈਦਾ ਵੀ ਇਹ ਆਖਰ ਏਡੇ ਏਡੇ, ਹੁਣ ਸਾਇੰਸਦਾਨ ਕਹਿੰਦੇ ਨੇ ਕਈ ਤੇ ਤਾਰੇ ਜਿਹੜੇ ਸਾਨੂੰ ਇੰਨੇ ਇੰਚ 2-2 ਇੰਚ ਦੇ, 3-3 ਇੰਚ ਦੇ ਦਿਸਦੇ ਨੇ, ਸਾਡੀ ਧਰਤੀ ਨਾਲੋਂ ਕਈ ਅਰਬ ਗੁਣਾ ਉਹਨਾਂ ਦਾ ਖੇਤਰਫਲ ਜ਼ਿਆਦਾ। ਉਹਨਾਂ ਦੀ ਰੋਸ਼ਨੀ ਚੱਲ ਪਈ ਹੈ ਇੱਥੇ ਆਉਣ ਲਈ, ਪਰ ਜਦੋਂ ਤੱਕ ਉਹ ਰੋਸ਼ਨੀ ਦੀ ਸਪੀਡ ਦਾ ਵੀ ਤੁਹਾਨੂੰ ਪਤਾ, ਉਹ ਰੋਸ਼ਨੀ ਜਦੋਂ ਤੱਕ ਧਰਤੀ ਤੇ ਪਹੁੰਚੇਗੀ ਉਦੋਂ ਤੱਕ ਧਰਤੀ ਰਹੇਗੀ, ਕਿਉਂਕਿ ਇਹਦੀ ਵੀ ਉਮਰ ਹੈ, ਭਾਵੇਂ ਕਈ ਹਜ਼ਾਰ ਕਰੋੜ ਸਾਲ ਹੈ, ਪਰ ਉਹਦੀ ਡਿਸਟੈਂਸ ਇੰਨੀ ਹੈ ਬਈ ਉਹਦੇ ਪਹੁੰਚਣ ਤੋਂ ਪਹਿਲਾਂ ਇਹ ਗਾਇਬ ਹੋ ਚੁੱਕੀ ਹੋਵੇ। ਹੁਣ ਏਡੇ ਏਡੇ ਵੱਡੇ ਬ੍ਰਹਿਮੰਡ ਦੇ ਵਿੱਚ, ਪਿੰਡ, ਸੌਰ ਮੰਡਲ ਦੇ ਵਿੱਚ ਏਡੇ ਏਡੇ ਗ੍ਰਹਿ, ਏਡੇ ਏਡੇ ਵੱਡੇ ਉਪਗ੍ਰਹਿ, ਨਾ ਉਹਨਾਂ ਦੇ ਥੱਲੇ ਕੋਈ ਪਿੱਲਰ ਬਣੇ ਨੇ, ਨਾ ਉੱਤੋਂ ਕੋਈ ਖਿੱਚਾਂ ਪਾਈਆਂ ਨੇ, ਨਾ ਕੋਈ ਸਾਈਡਾਂ ਤੋਂ ਸਹਾਰਾ ਦਿੱਤਾ। ਉਹ ਕਿਹਨ ਬਣਾਏ ਨੇ? ਇੱਕ ਗੱਲ। ਦੂਜੀ ਗੱਲ, ਕਿਹਦੇ ਸਹਾਰੇ ਤੇ ਖੜੇ ਨੇ? ਤੀਜੀ ਗੱਲ, ਉਹਨਾਂ ਵਿੱਚੋਂ ਜਿਹੜਾ ਪ੍ਰਕਾਸ਼ ਆ ਰਿਹਾ, ਉਹ ਪ੍ਰਕਾਸ਼ ਕਿਹਦਾ? ਉਹ ਪ੍ਰਕਾਸ਼ ਕਿਵੇਂ ਕ੍ਰੀਏਟ ਹੁੰਦਾ ਹੈ? ਇਹ 3 ਹੀ ਗੱਲਾਂ ਜ਼ਿਆਦਾਤਰ ਸਵਾਲ ਕਬੀਰ ਸਾਹਿਬ ਨੇ ਉਸ ਵਿਦਵਾਨ ਨੂੰ ਕੀਤੇ, ਜਿਹੜਾ ਆਲ ਕਤਾਲ ਦੀਆਂ ਗੱਲਾਂ ਕਰਦਾ, ਕਬੀਰ ਦੇ ਕੱਪੜੇ ਵੇਖ ਕੇ ਵੀ ਇਹਨੂੰ ਵਿਚਾਰੇ ਨੂੰ ਕੀ ਪਤਾ। ਉਹਨਾਂ ਨੇ ਜਵਾਬ ਦਿੱਤੇ। ਹੁਣ ਕਹਿੰਦੇ ਵੀ ਤੂੰ ਮੇਰੇ ਸਵਾਲਾਂ ਦਾ ਜਵਾਬ। ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪੀ ਨੇ ਆਪ ਸਾਜਿਓ। ਹੋਰ ਪਿੱਛੇ ਚਲੇ ਜਾਂਦੇ ਗੁਰੂ ਨਾਨਕ ਸਾਹਿਬ। ਉਹ ਤੇ ਕਹਿੰਦਾ ਨਾ ਵੀ ਇਹ ਬ੍ਰਹਿਮੰਡ ਕਿਵੇਂ ਬਣਿਆ, ਸ੍ਰਿਸ਼ਟੀ ਕਿਵੇਂ ਬਣੀ ਹੈ,
ਤਾਰੇ ਸ੍ਰਿਸ਼ਟੀ ਦਾ ਹਿੱਸਾ ਨੇ ਨਾ। ਗੁਰੂ ਨਾਨਕ ਸਾਹਿਬ ਉਦੋਂ ਪਿੱਛਾ ਚਲੇ ਜਾਂਦੇ ਨੇ, ਕਹਿੰਦੇ ਨੇ ਪਹਿਲਾਂ ਦੱਸੋ ਵੀ ਰੱਬ ਕਿਵੇਂ ਬਣੇ। ਹਰੇਕ ਚੀਜ਼ ਨੂੰ ਕੋਈ ਬਣਾਉਂਦਾ ਹੈ ਨਾ। ਇੱਕ ਬੱਚਾ ਹੈ ਤੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਹੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਨੂੰ ਕਿਹਨੇ ਬਣਾਇਆ? ਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਆਪਣੇ ਆਪ ਨੂੰ ਆਪ ਹੀ ਬਣਾਇਆ। ਅਸੀਂ ਕਹਾਂਗੇ ਇਹ ਤਾਂ ਗੱਲ ਸਮਝ ਹੀ ਨਹੀਂ ਆਈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹੀ ਤੇ ਗੱਲ ਹੈ। ਜੇ ਸਮਝ ਆ ਜਾਏ ਫਿਰ ਉਹ ਰੱਬ ਹੀ ਕਾਹਦਾ? ਤੁਹਾਨੂੰ ਤੇ ਅਜੇ ਤੱਕ ਇਹ ਨਹੀਂ ਸਮਝ ਆਈ ਵੀ ਪਹਿਲਾਂ ਮੁਰਗੀ ਬਣੀ ਸੀ ਕਿ ਆਂਡਾ ਬਣਿਆ ਸੀ। ਤੁਸੀਂ ਇਹ ਕੀ ਸਮਝੋਗੇ ਵੀ ਉਹ ਕਿਵੇਂ ਬਣਿਆ? ਅਸੀਂ ਘੁਮਾ ਫਰਾ ਕੇ ਖਿੱਚ ਧੂ ਕੇ ਦਾ ਜਵਾਬ ਦੇ ਲਈਏ ਤੇ ਵੱਖਰੀ ਗੱਲ ਹੈ। ਵੈਸੇ ਬਿਲਕੁਲ ਤਸੱਲੀ ਬਖਸ਼ ਜਵਾਬ ਸਾਡੇ ਕੋਲ ਕੋਈ ਨਹੀਂ ਵੀ ਪਹਿਲਾਂ ਮੁਰਗੀ ਕੇ ਅੰਡਾ। ਹਜ਼ੂਰ ਕਹਿੰਦੇ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਿਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਇੱਥੇ ਇੱਕ ਗੱਲ ਖਤਮ ਹੁੰਦੀ ਹੈ, ਫਿਰ ਗੱਲ ਚੱਲਦੀ ਹੈ ਨਾ ਤਾਰਿਆਂ ਦੀ, ਬ੍ਰਹਿਮੰਡ ਦੀ, ਦਰਿਆਵਾਂ ਦੀ, ਪਹਾੜਾਂ ਦੀ, ਪ੍ਰਿਥਵੀਆਂ ਦੀ, ਸੂਰਜ ਦੀ, ਚੰਦਰਮੇ ਦੀ, ਸੌਰ ਮੰਡਲਾਂ ਦੀ, ਔਰ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਇੱਕ ਬ੍ਰਹਿਮੰਡ ਨਹੀਂ, ਸੌਰ ਮੰਡਲ ਇੱਕ ਨਹੀਂ ਹੈ ਤੇ ਅਸੀਂ ਮੰਨਦੇ ਹਾਂ। ਸੌਰ ਮੰਡਲ ਤੁਸੀਂ ਸਮਝਦੇ ਹੋ, ਸਾਡੇ ਸੌਰ ਮੰਡਲ ਦਾ ਪਰਿਵਾਰ ਕੀ ਹੈ? ਸੂਰਜ ਹੈ, ਚੰਦਰਮਾ ਹੈ, ਪ੍ਰਿਥਵੀ ਹੈ, ਜੁਪੀਟਰ ਹੈ, ਮੰਗਲ ਹੈ, ਬੁੱਧ ਇਤਿਆਦਿਕ ਨੇ। ਇਹ ਸਾਡਾ ਇੱਕ ਸੌਰ ਮੰਡਲ। ਔਰ ਫਿਰ ਥੋੜੀ ਡਿਸਟੈਂਸ ਤੇ ਹੋਰ ਸੌਰ ਮੰਡਲ ਸ਼ੁਰੂ ਹੋ ਜਾਂਦਾ। ਉਹ ਸੌਰ ਮੰਡਲ ਦਾ ਪਰਿਵਾਰ ਸਾਡੇ ਨਾਲ ਥੋੜਾ ਵੱਡਾ ਵੀ ਹੋ ਸਕਦਾ, ਛੋਟਾ ਵੀ। ਫਿਰ ਇੱਕ ਹੋਰ ਸੌਰ ਮੰਡਲ ਹੈ, ਫਿਰ ਇੱਕ ਹੋਰ ਸੌਰ ਮੰਡਲ ਹੈ, ਫਿਰ ਇੱਕ ਹੋਰ ਸੌਰ ਮੰਡਲ ਪਰਿਵਾਰ ਹੈ, ਕੱਲੀ ਧਰਤੀ ਨਹੀਂ। ਔਰ ਪਤਾ ਨਹੀਂ ਕਿੰਨੇ ਸੌਰ ਮੰਡਲਾਂ ਨੂੰ ਛੱਡੋ, ਹਜ਼ੂਰ ਕੱਕੇ ਨੂੰ, ਹੋੜਾ ਟੈਕੇ ਨੂੰ ਛਿਆਰੀ ਪਾ ਕੇ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਇਸ ਤਰ੍ਹਾਂ ਦੇ ਕੋਟ ਨੇ। ਤੇ ਫਿਰ ਅਖੀਰ 'ਚ ਜਾ ਕੇ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀ ਹੈ। ਮੈਥੇਮੈਟਿਕਸ ਮੁੱਕ ਜਾਂਦਾ, ਕੀ ਕਰੀਏ? ਮੈਥੇਮੈਟਿਕਸ ਸਰੈਂਡਰ ਕਰ ਜਾਂਦਾ, ਕੋਈ ਲੇਖਾ ਨਹੀਂ। ਇਹ ਕੋਟ ਸ਼ਬਦ ਮੈਂ ਵਰਤਿਆ ਕਿਉਂਕਿ ਮੇਰੇ ਕੋਲ ਇਦੋਂ ਦਾ ਕੋਈ ਸ਼ਬਦ ਨਹੀਂ। ਉਂਝ ਮਹਾਰਾਜ ਕਹਿੰਦੇ ਨੇ ਲੇਖਾ, ਮੈਥੇਮੈਟਿਕਸ, ਹਿਸਾਬ, ਗਣਿਤ ਮੁੱਕ ਜਾਂਦਾ, ਕੁਛ ਨਹੀਂ ਇਦੋਂਗਾ, ਉਹਦਾ ਅੰਤ ਹੀ ਕੋਈ ਨਹੀਂ। ਅੰਤ ਨਾ ਸਿਫਤੀ ਕਹਿਣਾ। ਹੁਣ ਮੈਂ ਫਿਰ ਤੁਹਾਡੀ ਸੁਰਤ ਉੱਥੇ ਲਿਆ। ਪਹਿਲੀ ਗੱਲ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਸਤ ਸੰਗਤ ਸੁਰ ਤੇ ਜ਼ੋਰ ਦਿਆ ਜੇ, ਦੋਈ ਕੁਦਰਤ ਸਾਜੀ ਹੈ। ਇੱਕ ਕਾਦਰ, ਦੂਜੀ ਕੁਦਰਤ। ਤਾਰੇ ਕੁਦਰਤ ਦਾ ਹਿੱਸਾ ਨੇ, ਇਹ ਕੁਦਰਤ ਉਹਨੇ ਸਾਜੀ। ਕਰ ਆਸਣ ਡਿੱਠੋ ਚਾਓ, ਹੁਣ ਉਹਦੇ ਵਿੱਚ ਬੈਠ ਗਿਆ, ਉਹਨੂੰ ਸਹਾਰਾ ਦੇ ਦਿੱਤਾ। ਹੁਣ ਨਾ ਉਹਨੂੰ ਪਿੱਲਰ ਦੀ ਲੋੜ ਹੈ, ਨਾ ਉਹਨੂੰ ਉੱਤੋਂ ਖਿੱਚ ਦੀ ਲੋੜ ਹੈ, ਨਾ ਸਾਈਡਾਂ ਤੋਂ ਸਹਾਰੇ ਦੀ ਲੋੜ। ਉਹ ਵਿੱਚ ਕਿਉਂ ਬੈਠਾ? ਉਹਦੀ ਸੱਤਾ ਕਰਕੇ ਸਭ ਕੁਝ ਟਿਕਿਆ ਹੋਇਆ। ਸਾਇੰਸ ਆਪਣੀ ਜ਼ੁਬਾਨ ਵਿੱਚ ਉਹਨੂੰ ਕੋਈ ਨਾਂ ਹੋਰ ਦੇ ਦੇ, ਪਰ ਇਹ ਤੇ ਕਹਿੰਦੀ ਹੈ ਵੀ ਕੋਈ ਸੁਪਰੀਮ ਪਾਵਰ ਹੈ ਜਿਹਦੇ ਕਰਕੇ ਸਾਰਾ ਨਿਜ਼ਾਮ ਚੱਲ ਰਿਹਾ। ਤੁਸੀਂ ਵੇਖੋ, ਕਹਿੰਦੇ ਨੇ ਵੀ ਕੋਈ ਵੀ ਗ੍ਰਹਿ ਜਾਂ ਉਪਗ੍ਰਹਿ ਗੁਸਤਾਖੀ ਕਰੇ। ਗੁਸਤਾਖੀ ਕੀ? ਬਈ ਉਹ ਆਪਣੀ ਗਤੀ, ਆਪਣੀ ਸਪੀਡ ਤੋਂ ਥੋੜਾ ਜਿਹਾ ਤੇਜ਼ ਹੋ ਜਾਏ ਜਾਂ ਥੋੜਾ ਜਿਹਾ ਲੇਜ਼ੀ ਹੋ ਜਾਏ, ਉਹਨੂੰ ਬ੍ਰਹਿਮੰਡ ਦੇ ਨਕਸ਼ੇ ਤੋਂ ਮਿਟਾ ਦਿੱਤਾ। ਤੂੰ ਗੁਸਤਾਖ, ਤੂੰ ਹੁਕਮ ਦੀ ਅਦੂਲੀ ਕੀਤੀ ਹੈ। ਇਹਨੂੰ ਕਹਿੰਦੇ ਭੈ ਵਿੱਚ ਚੱਲਣ ਲੱਖ ਦਰਿਆਓ। ਹੁਣ ਫਰੀਦ ਸਾਹਿਬ ਕੋਲ ਗਏ ਨਾ ਲੋਕ, ਵੀ ਬਾਬਾ ਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਤੇ ਪਿੰਡ ਨੂੰ ਢਾਹ ਲਾ ਲਈਏ ਦਰਿਆ ਨੇ, ਤੇ ਤੁਸੀਂ ਤਾਂ ਰੱਬ ਤੱਕ ਪਹੁੰਚ ਰੱਖਦੇ ਹੋ, ਅਰਦਾਸ ਕਰੋ ਵੀ ਦਰਿਆ ਥੋੜਾ ਜਿਹਾ ਪਰਾਂ ਹੋ ਕੇ ਵਗੇ, ਪਿੰਡ ਦਾ ਨੁਕਸਾਨ ਨਾ ਹੋਵੇ। ਹੁਣ ਤੇ ਬਿਲਕੁਲ ਮਕਾਨਾਂ ਦੇ ਨਾਲੋਂ ਖਹਿ ਕੇ ਲੰਘਣ ਲੱਗ ਪਿਆ। ਤੇ ਫਰੀਦ ਸਾਹਿਬ ਗਏ ਤੇ ਦਰਿਆ ਨੂੰ ਆਖਣ ਲੱਗੇ ਵੀ ਦਰਿਆ ਤੂੰ ਥੋੜਾ ਜਿਹਾ ਪਰਾਂ ਨੂੰ ਹੋ ਕੇ ਵਗ ਲੈ, ਵਾਧੂ ਜਗ੍ਹਾ ਪਈ ਹੈ। ਤੇ ਉਹ ਦਰਿਆ ਨੇ ਪਤਾ ਕੀ ਜਵਾਬ ਦਿੱਤਾ? ਫਰੀਦ ਸਾਹਿਬ ਨੇ ਉਹਨੂੰ ਕਿਹਾ ਵੀ ਕੰਧੀ ਵਹਿ ਨਾ ਢਾਹ। ਢਾਏ ਕਹਿੰਦੇ ਅਸੀਂ, ਆਹੇ ਦੀ ਹੁਸ਼ਿਆਰੀ ਹੈ ਨਾ, ਪਰ ਉਹ ਗ੍ਰਾਮਰ ਦਾ ਨੁਕਤਾ ਹੈ, ਜ਼ਿਆਦਾ ਵਧੀਆ ਢਾਹ ਕਹਿਣਾ ਹੈ। ਕੰਧੀ ਵਹਿਣ ਨਾ ਢਾਹ ਤੋ ਵੀ ਲੇਖਾ ਦੇ। ਜੇ ਪਿੰਡ ਨੂੰ ਜਾਣੇਗਾ ਤੇ ਤੈਨੂੰ ਵੀ ਲੇਖਾ ਦੇਣਾ ਪਏਗਾ। ਉਹ ਪਤਾ ਕਿਉਂ ਕੀ ਕਹਿੰਦਾ? ਉਹ ਕਹਿੰਦਾ ਫਰੀਦ ਸਾਹਿਬ ਤੁਸੀਂ ਤੇ ਬੜੇ ਪਹੁੰਚੇ ਹੋਏ, ਤੁਹਾਨੂੰ ਤੇ ਨਹੀਂ ਸੀ ਕਹਿਣਾ ਚਾਹੀਦਾ। ਮੈਂ ਕਹਣਾ ਢਾਹ ਨਾਲ। ਕਹਿ ਲਗੇ ਫੇਰ ਆਖਣ ਲੱਗੇ ਢਾਣ ਦਾ ਹੁਕਮ ਹੋਇਆ, ਇਸ ਪਿੰਡ ਨੂੰ ਤਬਾਹ ਕਰ। ਕੰਧੀ ਵਹਿਣ ਨਾ ਢਾਹ, ਕਿਉਂ? ਕਿਉਂਕਿ ਤੋ ਵੀ ਲੇਖਾ ਦੇਵਣਾ। ਉਹ ਕਹਿੰਦਾ ਭਰਾਵਾ ਜਿੱਧਰ ਰੱਬ ਰਜਾਏ ਵਹਿਣ ਤਦਾਉ ਗਉ ਕਰੇ। ਮੈਨੂੰ ਜਿੱਧਰ ਹੁਕਮ ਹੁੰਦਾ ਮੇਰਾ ਵਹਿਣ ਉਧਰ ਹੀ ਗਉ ਕਰਦਾ, ਉਧਰ ਹੀ ਜਾਂਦਾ, ਮਰਜ਼ੀ ਨਾਲ ਨਹੀਂ ਕਰਦਾ।
ਇਹਨੂੰ ਗੁਰੂ ਨਾਨਕ ਕਹਿੰਦੇ ਨੇ ਭੈ ਵਿੱਚ ਚੱਲੇ ਲੱਖ ਦਰਿਆਓ, ਲੱਖਾਂ ਦਰਿਆ ਉਹਦੇ ਭੈ ਚੱਲ ਰਹੇ। ਇਹ ਸ੍ਰਿਸ਼ਟੀ ਰਚਨਾ ਦੀ ਅੱਜ ਗੱਲ ਹੋ ਰਹੀ ਹੈ। ਅੱਜ ਥੋੜੀ ਜੀ ਸਾਇੰਸ ਨਾਲ ਰਿਲੇਟਡ ਗੱਲ ਜਿਹੜੀ ਹੈ ਕਬੀਰ ਸਾਹਿਬ ਨੇ, ਕਿਉਂਕਿ ਉਹ ਬੜਾ ਉਛਲ ਕੇ ਸਵਾਲ ਕਰਦਾ ਸੀ ਕਬੀਰ ਸਾਹਿਬ, ਉਹ ਕਹਿਣ ਲੱਗੇ ਚੱਲ ਮੈਂ ਤੇ ਜਵਾਬ ਦਿੱਤੇ ਨੇ, ਹੁਣ ਗੁੱਸਾ ਨਾ ਕਰ, ਤੂੰ ਵੀ ਮੇਰੇ ਸਵਾਲਾਂ ਦੇ ਜਵਾਬ ਦੇ। ਆ ਤਾਰੇ ਕਿਵੇਂ ਖੜੇ ਨੇ, ਪੁਲਾੜ ਵਿੱਚ ਕਿਹਦੇ ਆਸਰੇ ਬਣਾਏ ਕਿਹਨ ਨੇ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ। ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੈ ਪਸਾਓ। ਤਿੰਨ ਤਾਕਤਾਂ ਮੰਨੀਆਂ ਜਾਂਦੀਆਂ ਨੇ ਇਹ ਹਿੰਦੂ ਧਰਮ ਵਿੱਚ, ਇੱਕ ਪੈਦਾ ਕਰਨ ਵਾਲਾ, ਦੂਜਾ ਪਾਲਣਹਾਰ ਤੇ ਤੀਜਾ ਵਿਨਸਨ ਖਤਮ ਕਰਨ ਵਾਲਾ। ਜਿਹੜੇ ਦੂਜੇ ਧਰਮ ਨੇ ਸਾਧ ਸੰਗਤ ਈਸਾਈ ਮਤ ਤੇ ਝੂਠੀ ਮਤ ਤੇ ਇਸਲਾਮ ਹੈ, ਉਹ ਦੋ ਤਾਕਤਾਂ ਮੰਨਦੇ, ਤਿੰਨ ਨਹੀਂ ਮੰਨਦੇ। ਉਹਨਾਂ ਚੋਂ ਆਪਣੀ ਬੋਲੀ ਸਮਝਣਾ ਹੋਵੇ ਤੇ ਇੰਜ ਕਹਿ ਲਓ, ਇੱਕ ਉਹ ਭਗਵਾਨ ਨੂੰ ਮੰਨਦੇ ਨੇ, ਖੁਦਾ ਕਹਿੰਦੇ ਨੇ ਜਿਹਨੂੰ, ਤੇ ਭਗਵਾਨ ਦੇ ਪੈਰਲਰ ਉਹ ਮੰਨਦੇ ਨੇ ਸ਼ੈਤਾਨ। ਉਹ ਸ਼ੈਤਾਨ ਦੀ ਹੋਂਦ ਨੂੰ ਮੰਨਦੇ ਨੇ, ਤਾਕਤ ਨੂੰ ਮੰਨਦੇ, ਉਹ ਜੀਵ ਨੂੰ ਪੁੱਠੇ ਪਾਸੇ ਭੇਜਦਾ, ਉਹ ਕਹਿੰਦੇ। ਪਰ ਜਦੋਂ ਗੁਰਮਤ ਦੀ ਗੱਲ ਆਉਂਦੀ ਹੈ, ਹਜ਼ੂਰ ਕਹਿੰਦੇ ਨੇ ਨਾ ਦੋ ਤੇ ਨਾ ਤਿੰਨ। ਹਜ਼ੂਰ ਜੋ ਕਹਿੰਦੇ ਨੇ ਨਾ, ਮੇਰੀ ਬੇਨਤੀ ਮੰਨ ਕੇ ਕਰਾਂ, ਤੁਸੀਂ ਵੀ ਕਹੋ। ਹਜ਼ੂਰ ਕਹਿੰਦੇ ਨੇ ਏਕੋ ਹੈ ਭਾਈ, ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਏਕੋ ਹੈ ਭਾਈ। ਏਕੋ ਹੈ ਭਾਈ, ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਜਪੋ ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਜੀ ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਜੀ ਏਕੋ ਹੈ ਭਾਈ, ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਹੁਣ ਇਹ ਸਾਧ ਸੰਗਤ ਆਸਾ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਭਰਮਗੜ੍ਹ ਤੋੜਿਆ। ਤ੍ਰਿਦੇਵ ਵਾਲਾ ਭਰਮਗੜ੍ਹ ਸੀ ਜਿਹੜਾ, ਵੀ ਤਿੰਨ ਦੇਵਤੇ ਕਾਰ ਚਲਾਉਂਦੇ ਨੇ, ਇੱਕ ਪੈਦਾ ਕਰਦਾ, ਇੱਕ ਪਰਵਰਿਸ਼ ਕਰਦਾ, ਇੱਕ ਵਿਨਾਸ਼ ਕਰਦਾ। ਹਜ਼ੂਰ ਕਹਿੰਦੇ ਨੇ ਨਹੀਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕੁਦਰਤ ਨੂੰ ਉਹਨੇ ਸਾਜਿਆ। ਕਰ ਆਸਨ ਡਿਠੋ ਚਾਓ। ਫਿਰ ਤੁਸੀਂ ਕਹਿੰਦੇ ਹੋ ਪਰਵਰਿਸ਼ ਵਿਸ਼ਨੂੰ ਕਰਦਾ, ਉਹ ਕਹਿੰਦੇ ਨਹੀਂ, ਦਾਤਾ ਕਰਤਾ, ਕਰਤਾ ਫਿਰ ਰਿਵਾਈਜ਼ ਕਰ ਦਿੱਤਾ। ਕਰਤਾ ਵੀ ਉਹ ਹੈ, ਕ੍ਰੀਏਟਰ ਵੀ ਉਹ ਹੈ, ਤੇ ਪਾਲਣ ਵਾਲਾ ਵੀ ਉਹ ਹੈ। ਤੁਸ ਦੇਵੇਂ, ਟੁੱਟ ਕੇ ਸਾਨੂੰ ਦਿੰਦਾ ਹੈ, ਕਰੇ ਪਸਾਓ, ਤੇ ਸਾਰਾ ਪਸਾਰਾ ਜਿਹੜਾ ਉਹ ਵੱਧ ਜਾਂਦਾ। ਤੂੰ ਜਾਣੋਈ ਸਭ ਸੈ, ਤੂੰ ਸਾਡੇ ਸਾਰਿਆਂ ਦੀਆਂ ਦਿਲਾਂ ਦੀਆਂ ਵੀ ਜਾਣਨ ਵਾਲਾ। ਤਾਂ ਹੀ ਕਹਿੰਦੇ ਨਾ ਵੀ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ। ਹੁਣ ਇਹ ਨਹੀਂ ਵੀ ਉੱਥੇ ਅਰਦਾਸ ਕਰਨ ਤੋਂ ਮਨਾ ਕੀਤਾ, ਕਿਉਂਕਿ ਹੋਰ ਬੜੇ ਬਚਨ ਨੇ, ਦੋਏ ਕਰ ਜੋਰ ਕਰੋ, ਅਰਦਾਸ ਬੁੱਧ ਭਾਵੇ ਤਾਂ ਆਣੇ ਰਾਸ। ਤੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਸਾਹਮਣੇ ਰੱਖ ਕੇ ਕਿਸੇ ਨੁਕਤੇ ਤੇ ਪਹੁੰਚਾਂਗੇ ਨਾ, ਅਰਦਾਸ ਕਰਨੀ ਹੈ। ਪਰ ਉੱਥੇ ਹੁਣ ਵੇਖੋ, ਅਰਦਾਸ ਤੁਸੀਂ ਇੱਥੇ ਕਰਾਣੀ ਹੋ, ਤੇ ਜਿਹੜਾ ਸਾਡਾ ਲਾਣਾ ਉਹ ਕੀ ਕਰਦਾ। ਮੈਂ ਐਨਾਲਿਸਿਸ ਕੀਤਾ ਹੈ ਵੀ ਜਿਹੜਾ ਅਰਦਾਸ ਕਰਾ ਰਿਹਾ ਉਹਨੂੰ ਸੁਣਾ ਕੇ ਕਰਨਾ, ਤਾਂ ਕਿ ਉਹਨੂੰ ਪਤਾ ਲੱਗੇ ਵੀ ਅਰਦਾਸ ਬੜੀ ਠੋਕ ਕੇ ਕੀਤੀ। ਜਿਹਨੂੰ ਸੁਣਾਣੀ ਹੈ ਉਹ ਤੇ ਤੇਰੀ ਆਤਮਾ ਦੀ ਬੇਬਲਤਾ ਨੂੰ ਸਮਝਦਾ। ਉਹਦੇ ਵਾਸਤੇ ਤੇ ਲੈਂਗੁਏਜ ਦੀ ਲੋੜ ਨਹੀਂ, ਸੋਹਣੇ ਸੋਹਣੇ ਸ਼ਬਦ ਜਿਹੜੇ ਨੇ ਉਹ ਘੜਨ ਦੀ ਲੋੜ ਨਹੀਂ, ਉਹ ਤੇਰੀ ਅੰਦਰ ਦੀ ਹੂਕ ਨੂੰ ਜਾਣਦਾ। ਅਰਦਾਸ ਗੁਰੂ ਗ੍ਰੰਥ ਸਾਹਿਬ ਗ੍ਰੰਥੀਆਂ ਤੋਂ ਕਰਾਉਣ ਦੀ ਪਰੰਪਰਾ ਹੈ,
ਪਿਆਰੋ ਜਿਹੜਾ ਹਰ ਵਕਤ ਰਾਜੇ ਦੇ ਕੋਲ ਰਵੇ ਉਹਦਾ ਨੇੜ ਹੋ ਜਾਂਦਾ ਨਾ। ਜਿਹਨੇ ਹਰ ਵਕਤ ਮਹਾਰਾਜ ਨੂੰ ਸਿਰ ਤੇ ਚੁੱਕਣਾ ਹੈ, ਹੱਥ ਲਾਣੇ ਨੇ, ਵਾਕ ਲੈਣਾ ਹੈ, ਰਮਾਲੇ ਬਦਲਣੇ ਨੇ, ਸੇਵਾ ਕਰਨੀ, ਆਲੇ ਦੁਆਲੇ ਰਹਿਣਾ, ਉਹ ਥੋੜਾ ਜਿਹਾ ਸਾਡੇ ਤੋਂ ਕਲੋਜ਼ ਹੋ ਜਾਂਦਾ। ਪਰ ਉਹ ਅਰਦਾਸ ਕੋਸ਼ਿਸ਼ ਕਰਨੀ ਚਾਹੀਦੀ ਵੀ ਉਹਨੂੰ ਸੁਣਾਈ ਜਾਏ, ਫੂਕ ਉਧਰ ਨੂੰ ਜਾਏ, ਉਹ ਜਿਹੜਾ ਪਰਿਵਾਰ ਹੈ ਉਹਨੂੰ ਦੇ। ਪਰ ਪਰਿਵਾਰ ਵਾਲਿਆਂ ਦੀ ਤਸੱਲੀ ਵੀ ਤਾਂ ਹੀ ਹੁੰਦੀ ਹੈ ਵੀ ਥੋੜੀ ਜਿਹੀ ਉੱਚੀ ਤੇ ਥੋੜੀ ਜਿਹੀ ਸੁਣਾ ਕੇ ਤੇ ਥੋੜੇ ਸ਼ਬਦ ਚੰਗੇ ਚੰਗੇ ਚੁਣ ਕੇ, ਪਰ ਉਹ ਥੋੜਾ ਜਿਹਾ ਹੋਰ ਤਰ੍ਹਾਂ ਹੋਣਾ ਚਾਹੀਦਾ। ਕਿਉਂਕਿ ਜ਼ਿਆਦਾਤਰ ਅਸੀਂ ਕਾਪੀ ਕਰਨੇ ਆ ਦਰਬਾਰ ਸਾਹਿਬ ਦੀ, ਉੱਥੇ ਵੀ ਜਿਹੜੇ ਅਰਦਾਸੀ ਨੇ ਗੁਰਮੁਖ ਪਿਆਰੇ ਉਹ ਬਹੁਤ ਉੱਚੀ ਤੇ ਬੜਾ ਹੋਰ ਤਰ੍ਹਾਂ ਜਿਹੜਾ ਮਾਹੌਲ ਹੈ। ਅਰਦਾਸ ਬੜੇ ਸਹਿਜ ਵਿੱਚ ਹੋਣੀ ਚਾਹੀਦੀ, ਅਰਦਾਸ ਬੜੀ ਭਿੱਜ ਕੇ ਹੋਣੀ ਚਾਹੀਦੀ। ਉਹ ਹੁਣ ਪਰੰਪਰਾ ਬਣ ਗਈ ਹੈ ਤੇ ਪਰੰਪਰਾਵਾਂ ਨੂੰ ਮਨਸੂਰ ਵਰਗਿਆਂ ਨੇ, ਸ਼ੁਕਰਾਤ ਵਰਗਿਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਹਸ਼ਰ ਜੋ ਹੋਇਆ ਫਿਰ ਤੁਹਾਨੂੰ ਪਤਾ ਹੀ ਹੈ। ਖੈਰ ਗੁਰੂ ਕਿਰਪਾ ਕਰੇ, ਸਾਨੂੰ ਸਮਤ ਬਖਸ਼ੇ। ਤੂੰ ਜਾਣੋ ਹੀ ਸਭ ਸੈ ਦੇ ਲੈਸੈ ਜਿੰਦ ਕਵਾਓ। ਇਹ ਜਿੰਦ ਪਹਿਲਾਂ ਸਾਨੂੰ ਦੇਣਾ ਹੈ ਤੇ ਫਿਰ ਸਾਡੇ ਤੋਂ ਲੈ ਲੈਣਾ। ਕਰ ਆਸਣ ਡਿਠੋ ਜਾਓ। ਓਏ ਜੋ ਦਿਸੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ। ਕੌਰੇ ਪੰਡਿਤ ਐ ਵਿਦਵਾਨ ਦੱਸ ਅੰਬਰ ਕਾਂ ਸਿਓ ਲਾਗਾ। ਅੰਬਰ ਕਿਹਦੇ ਸਾਰੇ ਤੇ ਟਿਕਿਆ? ਬੁੱਝੈ ਬੁੱਝਣਹਾਰ ਸੁਭਾਗਾ। ਕੋਈ ਵਿਰਲਾ ਭਾਗਾਂ ਵਾਲਾ ਇਸ ਗੱਲ ਨੂੰ ਬੁੱਝਦਾ ਹੈ, ਤੇਰੇ ਵੱਸ ਦੀ ਗੱਲ ਨਹੀਂ ਮੈਨੂੰ ਲੱਗਦੀ। ਹੁਣ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹ ਕੇ ਆਉਂਦੇ ਹੋ ਸਾਧ ਸੰਗਤ, ਉਹਦੇ ਵਿੱਚ ਵੀ ਇਹ ਬੜੇ ਵੱਡੇ ਭਰਮਗੜ ਨੂੰ ਮਹਾਰਾਜ ਨੇ ਤੋੜਿਆ। ਜਦੋਂ ਤੁਸੀਂ ਪੜ੍ਹਦੇ ਹੋ ਪੰਚ ਪ੍ਰਵਾਨ, ਪੰਚ ਪ੍ਰਧਾਨ, ਫਿਰ ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ। ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ। ਧਿਆਨ ਦਿਆ ਜੇ, ਬੜੀਆਂ ਸ਼ਾਨਦਾਰ ਪੰਕਤੀਆਂ ਅੱਜ ਦੇ ਵਿਸ਼ੇ ਨਾਲ ਰਿਲੇਟਡ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਕਰਤੇ ਕਹਿ ਅਕਾਲ ਪੁਰਖ ਦੇ ਕਰਨਾ, ਜਿਹੜੀ ਉਹਦੀ ਕਿਰਤ ਹੈ, ਕਾਦਰ ਦੀ ਜਿਹੜੀ ਕੁਦਰਤ ਹੈ, ਨਾਹੀ ਸ਼ੁਮਾਰ। ਸ਼ੁਮਾਰ ਮੈਨੇ ਅੰਦਾਜ਼ਾ, ਉਹਦਾ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ। ਜੇ ਕੋ ਕਹੈ ਕਰੇ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਤੁਸੀਂ ਕਹਿੰਦੇ ਹੋ ਵੀ ਸਾਡੀ ਪ੍ਰਿਥਵੀ ਨੂੰ ਚਿੱਟੇ ਰੰਗ ਦੇ ਢੱਕੇ ਨੇ, ਧੌਲੇ ਰੰਗ ਦੇ ਬਲਦ ਨੇ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ। ਜਦੋਂ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਟ੍ਰਾਂਸਫਰ ਕਰਦਾ ਸਿੰਘ ਨੂੰ ਸਾਹ ਦਿਵਾਉਣ ਲਈ, ਉਦੋਂ ਭੁਚਾਲ ਆ ਜਾਂਦਾ। ਐਸਾ ਉਪਨਿਸ਼ਦਾਂ 'ਚ ਲਿਖਿਆ, ਐਸਾ ਪੁਰਾਣਾ 'ਚ ਲਿਖਿਆ ਹੈ, ਬਾਕਾਇਦਾ ਲਿਖਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਤਫਾਕ ਨਹੀਂ ਰੱਖਦਾ ਇਸ ਵਿਚਾਰ। ਧੌਲ ਇਹ ਜਿਹੜਾ ਤੁਹਾਡਾ ਵਿਚਾਰ ਹੈ, ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਧੌਲ ਧਰਮ ਦਇਆ ਕਾ ਪੁੱਤ। ਕਿਸੇ ਬਲਦ ਨੇ ਪ੍ਰਿਥਵੀ ਨੂੰ ਨਹੀਂ ਚੁੱਕਿਆ। ਅਸਲ ਵਿੱਚ ਧਰਮ ਰੂਪੀ ਸੱਤਾ ਦੇ ਆਸਰੇ ਤੇ ਸਾਰਾ ਬ੍ਰਹਿਮੰਡ ਟਿਕਿਆ ਹੋਇਆ, ਔਰ ਇਹ ਧਰਮ ਦਇਆ ਦਾ ਪੁੱਤਰ। ਪਿਆਰਿਓ, ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ। ਜੇ ਕਿਸੇ ਗਰੀਬ ਦੀ ਮਜਬੂਰੀ ਨੂੰ ਵੇਖ ਕੇ ਤਰਸ ਨਹੀਂ ਹੁੰਦਾ ਤੇ ਖਿਮਾ ਕਰਨਾ ਸਮਝ ਲੈਣਾ ਵੀ ਅੰਦਰ ਧਰਮ ਨਹੀਂ। ਜੇ ਧਰਮ ਹੋਵੇ, ਧਰਮੀ ਬੰਦੇ ਦੀਆਂ ਅੱਖਾਂ ਬਦੋ ਬਦੀ ਗਿੱਲੀਆਂ ਹੋ ਜਾਣ, ਉਹ ਯਥਾ ਸ਼ਕਲ ਸਹਾਇਤਾ ਵੀ ਕਰਦਾ। ਔਰ ਜੇ ਅਸੀਂ ਕੁਝ ਨਹੀਂ ਕਰ ਸਕਦੇ, ਸਹਾਇਤਾ ਨਹੀਂ ਕਰ ਸਕਦੇ, ਤੇ ਅਸੀਂ ਉਹਦੇ ਦੁੱਖ ਵਿੱਚ ਥੋੜੇ ਜਿਹੇ ਦੁਖੀ ਤੇ ਹੋ ਸਕਦੇ, ਥੋੜਾ ਜਿਹਾ ਉਸ ਤਰ੍ਹਾਂ ਫੀਲ ਤੇ ਕਰ ਸਕਦੇ ਵੀ ਇਹ ਵਿਚਾਰਾ ਬੜਾ ਸੰਘਰਸ਼ ਕਰ ਰਿਹਾ, ਬੜਾ ਦੁਖੀ। ये निशानी है दया। ये दया नहीं कि धर्म ही। दया धर्म का मूल है। पाप मूल अभिमान तुलसी। दया ना छोटी है जब लग घट में प्राप्त। धौल धर्म दया का पूत। दया का पुत्र धर्म है ते धर्म का पुत्र फिर संतोख। जिथे दया होगी धर्म आ जाएगा, जिथे धर्म आएगा उथे संतोख आ जाएगा। संतोखी बंदा ना साध संगत थोड़े चो भी दे सकता, तृष्णालु बंदा बहुते चो भी नहीं दे सकता। है ही नहीं, दईए कितों। गुरु नानक ने जोगियां नूं एक तिल रगड़ के पानी च वो वरता के जांच दसी भी जे नीयत वंडन दी होवे ना ते थोड़े नूं भी वंड लईदा, नीयत ना होवे ते बहुता भी नहीं वंडिया। खैर
ਸਮਾਂ ਬੜੀ ਜਲਦੀ ਭੱਜਾ ਜਾਂਦਾ, ਮੈਂ ਖੋਲਦੇ ਆਪ ਜੀ ਦੇ ਸਨਮੁਖ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੇ ਸਤਿਆਰ। ਜੇ ਕਿਸੇ ਦੇ ਅੰਦਰ ਪ੍ਰਕਾਸ਼ ਹੋ ਜਾਏ ਸਤਿਆਰ ਦੇ ਅੰਦਰ, ਤੇ ਉਹ ਇਹ ਗੱਲ ਵੀ ਤੇ ਵਿਚਾਰੇ ਵੀ ਧੌਲੇ ਉੱਪਰ ਕੀਤਾ ਪਰ ਏਡੀ ਵੱਡੀ ਧਰਤੀ ਦਾ ਵਜਨ ਬਲਦ ਕਿਵੇਂ ਚੁੱਕ ਸਕਦਾ? ਨਹੀਂ ਚੁੱਕ ਸਕਦਾ। ਤੇ ਜੇ ਤੁਸੀਂ ਕਹੋ ਵੀ ਚੁੱਕ ਸਕਦਾ, ਤੇ ਫਿਰ ਮਹਾਰਾਜ ਦਾ ਲੌਜਿਕ ਵੇਖੋ। ਜੇ ਕੋ ਬੂਝੈ ਹੋਵੇ ਸਤਿਆਰ, ਧਵਲੇ ਉੱਪਰ ਕੀਤਾ ਭਾਰ, ਪਰ ਚਲੋ ਚੁੱਕ ਲਿਆ। ਜਿਹੜਾ ਉਹ ਬਲਦ ਹੈ ਜਿਹਨੇ ਧਰਤੀ ਚੁੱਕੀ ਹੈ, ਉਹ ਕਾਹਦੇ ਤੇ ਖੜਾ ਹੈ? ਦੂਰ ਕਹਿ ਲਗੇ ਤੁਸੀਂ ਕਹੋਗੇ ਉਹਦੇ ਥੱਲੇ ਹੋਰ ਧਰਤੀ ਹੈ। ਮੈਂ ਕਹਾਂਗਾ ਉਹ ਧਰਤੀ ਕਿਹਦੇ ਆਸਰੇ, ਤੁਸੀਂ ਕਹੋਗੇ ਉਹਦੇ ਥੱਲੇ ਹੋਰ ਬਲਦ ਹੈ। ਮੈਂ ਕਹਾਂਗਾ ਬਲਦ ਦੇ ਥੱਲੇ ਕੌਣ ਹੈ, ਤੁਸੀਂ ਕਹੋਗੇ ਹੋਰ ਧਰਤੀ, ਹੋਰ ਬਲਦ, ਹੋਰ ਧਰਤੀ, ਹੋਰ ਬਲਦ, ਹੋਰ ਧਰਤੀ, ਹੋਰ ਬਲਦ। ਅਖੀਰਲਾ ਬਲਦ ਕਾਹਦੇ ਤੇ ਖੜਾ ਹੈ? ਨਹੀਂ ਭਾਈ, ਕੋਈ ਬਲਦ ਨਹੀਂ। ਧਰਤੀ ਹੋਰ, ਪਰੈ ਹੋਰ ਹੋਰ, ਤਿਸ ਤੇ ਭਾਰ ਤਲੇ ਕਵਣ ਜੋਤ। ਨਹੀਂ, परमात्मा ਦੇ ਆਸਰੇ। ਜੀ ਜਾਤ ਰੰਗਾਂ ਕੇ ਨਾਮ, ਕਈ ਕਿਸਮ ਦੇ ਜੀਵ, ਕਈ ਰੰਗਾਂ ਦੇ ਜੀਵ, ਕਈ ਜਾਤਾਂ ਦੇ ਜੀਵ। ਜੀਵ ਜਾਤ ਰੰਗਾਂ ਕੇ ਨਾਮ, ਸਭਨਿਆਂ ਲਿਖਿਆ ਬੁਰੀ ਕਲਾਮ। ਇਹ ਲੇਖਾ ਲਿਖ ਜਾਣੇ ਸੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ। ਉਹਦੀਆਂ ਤੇ ਦਾਤਾਂ ਕੂਤ ਮੈਨੇ ਅੰਦਾਜ਼ਾ, ਉਹਦੀਆਂ ਦਾਤਾਂ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ। ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ। ਸਾਡੇ ਪੰਜਾਬੀ ਦਾ ਇੱਕ ਅੱਖਰ ਇਹ ਵੀ ਹੈ ਵੀ ਫਲਾਣਾ ਮੇਰੇ ਨਾਲ ਕੂੰਦਾ ਨਹੀਂ, ਬੋਲਦਾ ਨਹੀਂ। ਤੂੰ ਕੂੰਦਾ ਕਿਉਂ ਨਹੀਂ? ਕੂੰਦਾ ਤੋਂ ਹੀ ਕਵਾਓ ਬਣਿਆ। ਉਹ ਕੂਇਆ, ਹੋ ਜਾ, ਸਭ ਹੋ ਗਿਆ। ਉਹਦੇ ਹੁਕਮ ਵਿੱਚ ਕੀਤਾ ਪਸਾਓ ਏਕੋ ਕਵਾਓ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਤਿਸਤੇ ਹੋਏ ਲੱਖ ਦਰਿਆ। ਇਸ ਲਈ ਭਾਈ ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰੱਖਾ। ਕੁਦਰਤ ਦਾ ਕੋਈ ਸ਼ੁਮਾਰ ਨਹੀਂ, ਕਾਦਰ ਦਾ ਕੋਈ ਅੰਤ ਨਹੀਂ। ਉਹਦੀ ਕੁਦਰਤ ਬਾਰੇ ਵੀ ਅਸੀਂ ਮੁਕੰਮਲ ਵਿਆਖਿਆ ਨਹੀਂ ਕਰ ਸਕਦੇ। ਪੰਡਤ ਜੀ ਤੁਸੀਂ ਬੜੇ ਵਿਦਵਾਨ ਹੋ, ਮੈਨੂੰ ਝਿੜਕਾਂ ਮਾਰ ਮਾਰ ਕੇ ਤੁਸੀਂ ਪੁੱਛਦੇ ਹੋ, ਤੁਸੀਂ ਦੱਸੋ ਇਹ ਜੋ ਦਿਸੈ ਅੰਬਰ ਤਾਰੇ, ਕਿਨ ਹੋਏ ਚੀਤੇ ਚੀਤਨ ਹਾਰੇ। ਔਰੇ ਪੰਡਿਤ ਅੰਬਰ ਕਾਸਿਓ ਲਾਗਾ, ਬੂਝੇ ਬੂਝਨ ਹਾਰ ਸੁਭਾਗਾ। ਸੂਰਜ ਚੰਦ ਕਰੈ ਉਜਿਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਤੂੰ ਮੈਨੂੰ ਦੱਸ, ਸੂਰਜ ਦੀ ਜਿਹੜੀ ਰੋਸ਼ਨੀ ਉਹ ਕਿੱਥੋਂ ਆਉਂਦੀ ਹੈ? ਚੰਦਰਮੇ ਦੀ ਰੋਸ਼ਨੀ ਕਿੱਥੋਂ ਆਉਂਦੀ? ਹੁਣ ਸਾਇੰਸ ਨੇ ਤੇ ਦੱਸ ਦਿੱਤਾ ਵੀ ਚੰਦਰਮੇ ਕੋਲ ਆਪਣੀ ਕੋਈ ਰੋਸ਼ਨੀ ਨਹੀਂ। ਸੂਰਜ ਦੀ ਰੋਸ਼ਨੀ ਚੰਦਰਮੇ ਨਾਲ ਟਕਰਾ ਕੇ ਇਨਡਾਇਰੈਕਟ ਸਾਡੇ ਕੋਲ ਪਹੁੰਚਦੀ। ਲਿਹਾਜ਼ਾ ਸੂਰਜ ਦੇ ਮੁਕਾਬਲੇ ਇਹ ਰੋਸ਼ਨੀ ਠੰਡੀ, ਗਰਮ ਨਹੀਂ। ਐਸਾ ਬਿਲਕੁਲ ਕਲੀਅਰ ਕਰ ਦਿੱਤਾ ਵੀ ਚੰਦਰਮੇ ਦੇ ਉੱਤੇ ਕੋਈ ਰੋਸ਼ਨੀ ਨਹੀਂ। ਤੇ ਜਦੋਂ ਉਹ ਪੈਂਦੀ ਹੈ ਤੇ ਫਿਰ ਉਹ ਟਕਰਾ ਕੇ ਰਿਟਰਨ ਆਉਂਦੀ। ਪਰ ਸੂਰਜ ਦੀ ਰੋਸ਼ਨੀ ਬਾਰੇ ਸਾਇੰਸ ਅਜੇ ਨਹੀਂ ਕਹਿੰਦੀ। ਗੁਰੂ ਨਾਨਕ ਨੇ 500 ਸਾਲ ਪਹਿਲਾਂ ਕਹਿ ਦਿੱਤਾ। ਕਬੀਰ ਸਾਹਿਬ ਦਾ ਵੀ ਇੱਕ ਸ਼ਬਦ ਮਹਾਰਾਜ ਕਹਿੰਦੇ ਨੇ ਵੀ ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਚੰਦ ਤੇ ਸੂਰਜ ਇਹਨਾਂ ਦੇ ਕੋਲ ਜੋਤ ਹੈ, ਇਹਨਾਂ ਕੋਲ ਚਾਨਣ ਹੈ। ਤੈਨੂੰ ਪਤਾ ਹੈ ਨਾ ਚਾਨਣ ਕਿੱਥੋਂ ਆਉਂਦਾ? ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਇਹਨਾਂ ਵਿੱਚ ਬ੍ਰਹਮ ਦਾ ਚਾਨਣ ਹੈ, ਇਹਨਾਂ ਕੋਲ ਆਪਣਾ ਚਾਨਣ ਨਹੀਂ ਹੈ। ਇੱਥੇ ਵੀ ਕਬੀਰ ਸਾਹਿਬ ਇਹੀ ਕਹਿ ਰਹੇ ਨੇ, ਕੌਰੇ ਪੰਡਿਤ ਅੰਬਰ ਕਾਸਿਓ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਸੂਰਜ ਚੰਦ ਕਰੇ ਉਜਿਆਰਾ, ਸਭ ਮੈਂ ਪਸਰਿਓ ਹੈ ਬ੍ਰਹਮ ਪਸਾਰਾ। ਉੱਥੇ ਕਬੀਰ ਸਾਹਿਬ ਕਹਿੰਦੇ ਨੇ ਲੋਕੀ ਹੀਰੇ ਨੂੰ ਵੇਖ ਕੇ ਮੱਥਾ ਟੇਕਦੇ ਨੇ, ਹੀਰੇ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਮੈਂ ਹੀਰਾ ਵੇਖ ਕੇ ਪ੍ਰਮਾਤਮਾ ਨੂੰ ਮੱਥਾ ਟੇਕਣਾ ਵੀ ਤੂੰ ਕਿੱਡੀ ਚਮਕਦਾਰ ਚੀਜ਼ ਬਣਾਈ ਹੈ। ਹੀਰਾ ਦੇਖ, ਹੀਰਾ ਕਰੋ ਆਦੇਸ਼। ਉੱਥੇ ਹੀਰਾ ਕਰੋ ਦੇਸ਼ ਦੇ ਅਰਥ ਨੇ ਉਸ ਹੀਰੇ ਨੂੰ ਮੈਂ ਨਮਸਕਾਰ ਕਰਨਾ ਜਿਹਨੇ ਇਹ ਹੀਰਾ ਬਣਾਇਆ, ਜਿਹਨੇ ਪੰਨਾ ਬਣਾਇਆ, ਜਿਹਨੇ ਜਵਾਹਰ ਬਣਾਇਆ, ਰਤਨ ਬਣਾਇਆ। ਮੈਂ ਉਹਨੂੰ ਨਮਸਕਾਰ ਕਰਨਾ। ਮੈਂ ਉਸ ਅਕਾਲ ਪੁਰਖ ਨੂੰ ਨਮਸਕਾਰ ਕਰਨਾ ਜਿਹਨੇ ਸੂਰਜ ਬਣਾਇਆ। ਮੈਂ ਉਸ ਅਕਾਲ ਪੁਰਖ ਨੂੰ ਮੱਥਾ ਟੇਕਣਾ ਜਿਹਨੇ ਚੰਦਰਮਾ ਬਣਾਇਆ। ਨਮਸਤਵੰ
अकाले नमस्तवं कृपाले, फिर अगे जाके नमो सूरज सूरजे, नमो चंद्र चंद्र। चंद्रमिਆਂ ਦਾ ਵੀ ਵੱਡਾ ਚੰਦਰਮਾ, ਸੂਰਜਾਂ ਦਾ ਵੀ ਵੱਡਾ ਚੰਦਰਮਾ, ਮੇਰਾ ਸਿਜਦਾ ਉਹਨੂੰ। ਯਾਨੀ ਕਿ ਕੀਰਤਨ ਪੂਜਾ ਤੋਂ ਸਾਨੂੰ ਰੋਕਿਆ, ਕਾਦਰ ਦੀ ਪੂਜਾ ਨਾਲ ਰੋਕਿਆ, ਪੂਜਾ ਅਕਾਲ ਦੀ ਨਾਲ। ਸੁਕੌਰੇ ਪੰਡਿਤ ਅੰਬਰ ਕਾਂਸਿਓ ਲਾਗਾ, ਬੂਝੈ ਬੂਝਨ ਹਾਰ ਸੁਭਾਗਾ, ਸੂਰਜ ਚੰਦ ਕਰੈ ਉਜਿਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਇਹ ਸੂਰਜ ਵਿੱਚ ਵੀ ਬ੍ਰਹਮ ਦਾ ਪਸਾਰਾ ਹੈ, ਬ੍ਰਹਮ ਦੀ ਰੋਸ਼ਨੀ ਹੈ, ਚੰਦਰਮੇ ਵਿੱਚ ਵੀ ਬ੍ਰਹਮ ਦੀ ਰੋਸ਼ਨੀ। ਇਹਨਾਂ ਕੋਲ ਆਪਣਾ ਕੁਛ ਨਹੀਂ। ਤਾਂ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਾਉਣ ਦੇ ਪਿੱਛੇ ਪ੍ਰਯੋਜਨ ਕੀ ਸੀ? ਉਹ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮੈਚ ਕਰਦੇ ਸੀ। ਉਹ ਵੀ ਇੱਕ ਦੇ ਪ੍ਰਚਾਰਕ, ਇੱਕ ਦੇ ਉਪਾਸਕ ਨੇ ਸਾਧ, ਤੇ ਗੁਰੂ ਨਾਨਕ ਵੀ ਇੱਕ ਦੇ ਉਪਾਸਕ ਨੇ। ਆਮ ਤੌਰ ਤੇ ਸਨਾਤਨ ਮਤ ਵਿੱਚ ਤੇ ਕੀਰਤਨ ਪੂਜਾ ਹੁੰਦੀ ਹੈ। ਹੁਣ ਵੇਖੋ ਮੱਸਿਆ ਕੀ ਹੈ? ਸੰਗਰਾਂਦ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ, ਮੱਸਿਆ ਵਾਲੇ ਦਿਨ ਜੇ ਵਿਚਾਰਾ ਕਰੀਏ ਤੇ ਕਈ ਨਾਰਾਜ਼ ਹੋ ਜਾਂਦੇ। ਅੱਜ ਵਾਤਾਵਰਨ ਹੋ ਰਿਹਾ। ਇਹ ਤਿੰਨੇ ਤਿਉਹਾਰ ਸੂਰਜ ਤੇ ਚੰਦਰਮੇ ਨਾਲ ਸੰਬੰਧ, ਪੂਰਨਮਾਸ਼ੀ ਤੇ ਮੱਸਿਆ ਚੰਦਰਮੇ ਨਾਲ, ਸੰਗਰਾਂਦ ਸੂਰਜ ਨਾਲ। ਹੁਣ ਸਾਡੇ ਇੱਥੇ ਸੂਰਜ ਦੀ ਪੂਜਾ ਵੇਤ ਨਹੀਂ ਗੀ, ਚੰਦਰਮੇ ਦੀ ਪੂਜਾ ਵੀ ਵੇਤ ਨਹੀਂ ਗੀ, ਤਾਰਿਆਂ ਦੀ ਪੂਜਾ ਵੀ ਵੇਤ ਨਹੀਂ ਗੀ। ਖਵਾਜਾ ਪੀਰ ਦੀ ਵੀ ਪੂਜਾ ਹੁੰਦੀ ਹੈ ਨਾ, ਪਾਣੀ ਦੀ ਵੀ ਪੂਜਾ ਹੁੰਦੀ ਹੈ ਦਰਿਆਵਾਂ ਦੇ ਕੰਢਿਆਂ ਤੇ ਜਾ ਕੇ, ਸਾਡੇ ਉਹ ਵੀ ਵੇਤ ਨਹੀਂ। ਸਾਡੇ ਪੂਜਾ ਸਿਰਫ ਅਕਾਲ ਦੀ, ਕੁਦਰਤ ਨਾਲ ਪਿਆਰ ਕਰਨਾ। ਕਹਿਣਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਰਾਤ ਬੜੀ ਸਾਫ ਸੁਥਰੀ ਹੈ, ਸਪੇਸ ਬਿਲਕੁਲ ਕਲੀਅਰ ਹੈ, ਬੜੇ ਸੋਹਣੇ ਤਾਰੇ ਚਮਕ ਰਹੇ ਨੇ। ਉਹਨਾਂ ਨੂੰ ਵੇਖ ਕੇ ਆਨੰਦ ਲੈਣਾ ਚਾਹੀਦਾ। ਉਹਨਾਂ ਨੂੰ ਵੇਖ ਕੇ, ਉਸ ਕੁਦਰਤ ਨੂੰ ਵੇਖ ਕੇ ਕਾਦਰ ਚੇਤੇ ਹੋਣਾ ਚਾਹੀਦਾ। ਬੜਾ ਸੋਹਣਾ ਦ੍ਰਿਸ਼ ਹੁੰਦਾ। ਪਰ ਤਾਰਿਆਂ ਦਾ ਭਜਨ ਨਹੀਂ ਕਰਨਾ, ਸੂਰਜ ਚੰਦਰਮੇ ਦੀ ਪੂਜਾ ਨਹੀਂ ਕਰਨੀ, ਦਰਿਆਵਾਂ ਦੀ, ਸੱਪਾਂ ਦੀ, ਪਿੱਪਲਾਂ ਦੀ, ਪਸ਼ੂਆਂ ਦੀ, ਪੰਛੀਆਂ ਦੀ, ਕਿਸੇ ਵੀ ਕਿਰਤ ਦੀ ਪੂਜਾ ਸਾਨੂੰ ਵਿਵਰਜਿਤ ਕੀਤੀ ਗਈ। ਕਾਦਰ ਦੀ ਪੂਜਾ ਕਰਨੀ ਹੈ, ਇਹਨਾਂ ਨਾਲ ਪਿਆਰ ਕਰਨਾ। ਰੁੱਖਾਂ ਦੇ ਦੁਆਲੇ, ਪਿੱਪਲ ਦੇ ਦੁਆਲੇ ਕੁਹਾੜੀ ਤੇ ਆਰੀ ਲੈ ਕੇ ਨਹੀਂ ਹੋਣਾ, ਦੀਵਾ ਨਹੀਂ ਜਗਾਉਣਾ ਉਹਦੇ ਥੱਲੇ, ਧਾਗਾ ਮੌਲੀ ਦੁਆਲੇ ਨਹੀਂ ਬੰਨਣੀ, ਪਰ ਆਰੀ ਤੇ ਕੁਹਾੜਾ ਲੈ ਕੇ ਵੀ ਪਿੱਪਲ ਕੋਲ ਨਹੀਂ ਜਾਣਾ। ਇਹ ਆਕਸੀਜਨ ਦਾ ਕਾਰਖਾਨਾ ਹੈ, ਦਿਨੇ ਵੀ ਆਕਸੀਜਨ ਕ੍ਰੀਏਟ ਕਰਦਾ ਹੈ, ਰਾਤ ਨੂੰ ਵੀ ਕਰਦਾ। ਇਹਦੀ ਪੂਜਾ ਦੇ ਪਿੱਛੇ ਸਾਇੰਟੀਫਿਕ ਰੀਜ਼ਨ ਤੇ ਇਹ ਸੀ ਨਾ, ਬਈ ਇੱਕ ਭਰਮ ਬਣਾ ਦਿੱਤਾ ਬਈ ਪਿੱਪਲ ਨੂੰ ਵੱਢਣਾ ਪਾਪ ਹੁੰਦਾ। ਬ੍ਰਾਹਮਣ ਪੰਡਤ ਸੀ, ਸਿਆਣਾ ਤੇ ਇਹੀ ਸੀ, ਉਹਨੂੰ ਪਤਾ ਤੇ ਸੀ। ਉਹਨੇ ਕਿ ਇਸ ਤਰ੍ਹਾਂ ਦਾ ਸਾਨੂੰ ਪਿਆਰ ਕੀਤਾ ਮਾਨਸਿਕ ਤੌਰ ਤੇ, ਉਹਨੂੰ ਦੇਵਤਾ ਬਣਾ ਕੇ ਪੇਸ਼ ਕੀਤਾ ਬਈ ਇਹਦੇ ਦੁਆਲੇ ਕਈ ਕੁਹਾੜੀ ਲੈ ਕੇ। ਤੁਸੀਂ ਹੁਣ ਵੇਖੋ ਸਨਾਤਨ ਮਤ ਵਿੱਚ ਬਹੁਤ ਘੱਟ ਲੋਕ ਪਿੱਪਲ ਨੂੰ ਇਸ ਤਰ੍ਹਾਂ ਖਤਮ ਕਰ, ਇੱਕ ਉਹ ਚੀਜ਼ ਅੰਦਰ ਵਾੜ ਦਿੱਤੀ, ਇਹ ਦੇਵਤਾ। ਹੁਣ ਦੂਜੇ ਪੱਖ ਤੋਂ ਲਈਏ ਤੇ ਇਹ ਗੱਲ ਠੀਕ ਹੈ ਵੀ ਉਹ ਆਕਸੀਜਨ ਕ੍ਰੀਏਟ ਕਰਦਾ। ਅਸੀਂ ਪਾਣੀ ਤੋਂ ਬਿਨਾਂ ਕੁਝ ਰਹਿ ਸਕਦੇ ਹਾਂ, ਪ੍ਰਸ਼ਾਦੇ ਤੋਂ ਬਿਨਾਂ ਰਹਿ ਸਕਦੇ ਹਾਂ। ਪਿਆਰਿਓ, ਆਕਸੀਜਨ ਤੋਂ ਬਿਨਾਂ ਤਾਂ ਨਹੀਂ ਨਾ ਰਹਿ ਸਕਦੇ। ਔਰ ਸਰਕਾਰਾਂ ਦੱਸਦੀਆਂ ਨਹੀਂ, ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, 100% ਜਿਹੜੀ ਆਕਸੀਜਨ ਚਾਹੀਦੀ ਹੈ ਉਹ ਸਪੇਸ ਵਿੱਚ ਇਸ ਵਕਤ ਇਹ ਦਾਵਾ 20-25 ਦਾ ਕਰਦੇ ਨੇ, 100 ਦਾ ਤੇ ਵੀ ਨਹੀਂ ਕਰਦੇ। ਸਿਰਫ 9% ਆਕਸੀਜਨ ਰਹਿ ਗਈ, ਸਿਰਫ 9%। ਸੱਚੀ ਮੁੱਚੀ ਸਿਰਫ 9% ਆਕਸੀਜਨ ਹੈ ਤੁਹਾਡੇ ਸਪੇਸ ਵਿੱਚ। ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦਾ ਕਦੀ ਨਾਂ ਹੀ ਨਹੀਂ ਸੀ ਸੁਣਿਆ, ਸਾਡੀ ਨਾਸਕਾਂ ਨੂੰ ਪ੍ਰੋਪਰ ਆਕਸੀਜਨ ਮਿਲਦਾ ਹੀ ਨਹੀਂ। ਅੰਦਰ ਦੀ ਮਸ਼ੀਨਰੀ, ਹੁਣ ਤੁਸੀਂ ਵੇਖੋ, ਤੁਸੀਂ ਜਾ ਰਹੇ ਹੋ, ਪੈਟਰੋਲ ਟੈਂਕੀ ਚੋਂ ਮੁੱਕ ਜਾਏ ਤੇ ਬਾਈਕ ਕੀ ਕਰੇ? ਆਖਰ ਬੰਦ ਹੋਵੇਗੀ ਨਾ। ਟੈਂਕ ਵਿੱਚੋਂ ਡੀਜ਼ਲ ਮੁੱਕ ਜਾਏ ਤੇ ਇੰਜਨ ਕੀ ਕਰੇਗਾ? ਤੇ ਬੰਦ ਹੋਵੇਗਾ ਨਾ। ਇਹ ਗੱਲ ਵੱਖਰੀ ਹੈ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਪ੍ਰੋਬਲਮ ਦਾ ਰੀਜ਼ਨ ਕੀ ਹੈ। ਆਕਸੀਜਨ ਪ੍ਰੋਪਰ ਨਹੀਂ। ਇਸ ਵਾਸਤੇ ਭਾਈ ਜਿੰਨਾ ਕੁ ਹੋ ਸਕਦਾ ਜਿੱਥੇ ਜਿੱਥੇ ਜਗ੍ਹਾ ਰੁੱਖ ਲਾਓ। ਲਾਉਣ ਪਿੱਛੇ ਤੇ ਇੱਕ ਮੁਹਾਰ ਜਿਹਾ ਚੱਲ ਪੈਂਦਾ, ਪਰ ਉਹਨਾਂ ਨੂੰ ਬਚਾਉਣ ਵਾਲੀ ਜਦੋਂ ਗੱਲ ਆਉਂਦੀ ਉਦੋਂ ਅਸੀਂ ਵੇਚਦੇ ਹੁੰਦੇ। ਉਹਨਾਂ ਨੂੰ ਲਾਓ, ਉਹਨਾਂ ਨੂੰ ਬਚਾਓ। ਤੇ ਜੇ ਸਾਡਾ ਪਾਜੇ ਵੀ ਸਾਡੇ ਕੋਲ ਜਗ੍ਹਾ ਨਹੀਂ, ਜਿਨ੍ਹਾਂ ਨੂੰ ਵਾਹਿਗੁਰੂ ਨੇ ਕੋਠੀਆਂ ਦਿੱਤੀਆਂ ਨੇ 100-100 ਗਜ, 200-200 ਗਜ, ਪਿਆਰੇ ਤੁਹਾਡੇ ਤੇ ਛੱਤਾਂ 'ਚ ਗਮਲਿਆਂ ਦੇ ਉੱਤੇ ਵੀ ਲੱਗ ਸਕਦੀਆਂ ਨੇ, ਵਿਹੜੇ 'ਚ ਵੀ ਲੱਗ ਸਕਦੀਆਂ ਨੇ। ਜੇ ਬਹੁਤ ਵੱਡਾ ਰੁੱਖ ਨਹੀਂ ਤੇ 2, 3, 4, 5 ਫੁੱਟ ਦਾ ਵੀ ਛੋਟੀ ਜਿਹੀ ਹੱਟੀ ਆਕਸੀਜਨ ਦੀ ਪਾ ਕੇ ਬਹਿ ਜਾਂਦਾ। ਤੁਸੀਂ ਵੀ ਆਕਸੀਜਨ ਦੇ ਲੰਗਰ 'ਚ ਆਪਣਾ ਹਿੱਸਾ ਪਾਓ ਜਿੰਨਾ ਕੁ ਹੋ ਸਕਦਾ। ਤੁਸੀਂ ਥੋੜੇ ਬਹੁਤੇ ਰੁੱਖ ਜਿਹੜੇ ਨੇ, ਕਿਉਂਕਿ ਸਾਡੇ ਘਰ ਤੇ ਵੇਖੋ ਪਾਉਣ ਗੁਰੂ ਪਾਣੀ ਪਿਤਾ ਮਾਤਾ,
ਧਰਤ ਮੱਤ ਦਾ ਸਿਧਾਂਤ ਹੈ। ਪੌਣ ਆਕਸੀਜਨ ਉਹ ਅਸੀਂ ਕ੍ਰੀਏਟ ਕਰਨੀ ਹੈ, ਕਿਉਂਕਿ ਪੌਣ ਸਾਡਾ ਗੁਰੂ ਹੈ। ਪਾਣੀ ਨੂੰ ਵੇਸਟ ਨਹੀਂ ਕਰਨਾ, ਪਾਣੀ ਸਾਡਾ ਪਿਤਾ ਹੈ। ਧਰਤੀ ਨਾਲ ਕੋਈ ਜ਼ੁਲਮ ਨਹੀਂ ਕਰਨਾ, ਆ ਪੈਸਟੀਸਾਈਡ ਪਾ ਕੇ, ਲੋੜੋਂ ਵੱਧ ਖਾਦਾਂ ਪਾ ਕੇ ਇਹਨੂੰ ਗੰਦਾ ਕਰ ਕਰਕੇ, ਕਿਉਂਕਿ ਸਾਡੀ ਮਾਂ, ਇੱਕ ਮਾਂ ਜਨਮ ਦਿੰਦੀ ਹੈ, ਇੱਕ ਮਾਂ ਸਾਨੂੰ ਪਾਲਦੀ ਵੀ ਹੈ। ਚਲੋ ਖੈਰ, ਮੈਂ ਫਿਰ ਉੱਥੇ ਤੁਹਾਡੀ ਸੁਰਤ ਲੈ ਆਵਾਂ ਤੇ ਸਮਾਪਤੀ ਕਰੀਏ। ਕੌਰੇ ਪੰਡਿਤ ਅੰਬਰ ਕਾਂਸਿਓ ਲਾਗਾ, ਬੂਝੈ ਬੂਝਣ ਹਾਰ ਸੁਭਾਗਾ, ਸੂਰਜ ਚੰਦ ਕਰੇ ਉਜਿਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਕਹਿ ਕਬੀਰ ਜਾਣੇਗਾ ਸੋਈ। ਇਹ ਜਿਹੜੀ ਮੈਂ ਵਿਚਾਰਧਾਰਾ ਸਮਝਾਈ ਹੈ ਨਾ, ਕਬੀਰ ਸਾਹਿਬ ਕਹਿੰਦੇ ਇਹਨੂੰ ਹਰ ਇੱਕ ਨਹੀਂ ਜਾਣ ਸਕਦਾ। ਬਈ ਇਹ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਬਣਾਈ ਹੈ, ਪ੍ਰਮਾਤਮਾ ਦੇ ਆਸਰੇ ਤੇ ਖੜੀ ਹੈ, ਔਰ ਸਾਰਿਆਂ ਵਿੱਚ ਪ੍ਰਕਾਸ਼ ਉਹਦਾ। ਸੂਰਜ ਵਿੱਚ ਨਹੀਂ, ਚੰਦਰਮੇ ਵਿੱਚ ਨਹੀਂ, ਤੁਹਾਡੇ ਵਿੱਚ ਵੀ ਉਸੇ ਦਾ ਹੀ ਨੂਰ ਹੈ। ਇਸੇ ਨੂੰ ਤੁਸੀਂ ਕਹਿੰਦੇ ਹੋ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਸਾਰਿਆਂ ਵਿੱਚ ਉਹਦਾ ਨੂਰ, ਜੋਤ ਵੀ ਉਹਦੀ। ਸਭ ਮੈਂ ਜੋਤ, ਜੋਤ ਹੈ ਸੋਏ, ਔਰ ਤਿਸ ਦੈ ਚਾਨਣ ਸਭ ਮੈਂ ਚਾਨਣ। ਉਸੇ ਦੇ ਚਾਨਣ ਕਰਕੇ ਸਾਰਿਆਂ ਤਾਰਿਆਂ ਦਾ, ਸੂਰਜ ਦਾ, ਚੰਦਰਮਾ ਦਾ, ਤੁਹਾਡਾ ਜਿਹੜਾ ਔਰਾ ਹੈ, ਤੁਹਾਡੇ ਮੁਖ ਦੀ ਜਿਹੜੀ ਚਮਕ ਹੈ, ਉਹ ਵੀ ਉਸੇ ਦੀ ਦਿੱਤੀ ਹੈ। ਜਦੋਂ ਅੰਦਰੋਂ ਉਹ ਆਤਮਾ ਨਿਕਲ ਜਾਂਦੀ ਹੈ, ਉਹੋ ਹੀ ਚਿਹਰਾ ਜਿਹੜਾ ਲਿਸ਼ਕਦਾ ਹੈ ਉਹ ਮੁਰਝਾ ਜਾਂਦਾ, ਕਿਉਂਕਿ ਨੂਰ ਅੰਦਰੋਂ ਨਿਕਲ ਗਿਆ, ਆਤਮਾ ਅੰਦਰੋਂ ਨਿਕਲ ਗਈ। ਕਹੋ ਕਬੀਰ ਜਾਣੇਗਾ ਸੋਈ। ਕੌਣ ਜਾਣੇਗਾ ਇਸ ਰਮਜ ਨੂੰ? ਹਿਰਦੈ ਰਾਮ ਮੁਖ ਰਾਮ ਹੈ, ਜਿਹਦੀ ਰਸਨਾ ਤੇ ਵੀ ਵਾਗਰੂ ਵਾਗਰੂ ਹੈ, ਜਿਹਦੇ ਹਿਰਦੇ ਵਿੱਚ ਵੀ ਵਾਗਰੂ ਵਾਗਰੂ, ਉਹ ਹੋਰ ਕੁਛ ਨਹੀਂ ਜਾਣਦਾ। ਔਰ ਹਿਰਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਆ ਤੁਸੀਂ ਪਿੱਪਲਾਂ ਦੇ ਦਰਖਤਾਂ ਦੇ, ਆ ਬੋੜਾਂ ਦੇ ਰੁੱਖ ਵੇਖਦੇ ਹੋ, ਤੁਸੀਂ ਕਿਤੇ ਉਹ ਖੱਗ ਕੇ ਜਾਂ ਇਹਦਾ ਕਿਸੇ ਹੋਰ ਤਰੀਕੇ ਨਾਲ ਇਹਨੂੰ ਉਗਾਉਣਾ ਚਾਹੋ, ਉਗਾ ਕੇ ਤਜਰਬਾ ਕਰਕੇ ਵੇਖ ਲਓ, ਨਹੀਂ ਹੋਗੇ, ਨਹੀਂ ਹੋਗੇ। ਤੁਹਾਡੇ ਗੁਆਂਢ ਇੱਥੇ ਯੂਨੀਵਰਸਿਟੀ ਹੈ ਖੇਤੀਬਾੜੀ, ਉੱਥੇ ਵੀ ਤੁਸੀਂ ਡਿਸਕਸ ਕਰਕੇ ਵੇਖ ਲਓ, ਉਗਾਉਂਦੇ ਨੇ, ਪਰ ਨੈਚੁਰਲ ਜਿਹੜਾ ਉਹ ਪ੍ਰਕਿਰਿਆ ਉਹਦੀ ਨਕਲ ਕਰਦੇ। ਇਹ ਕਿਵੇਂ ਉਗਦਾ? ਤੁਸੀਂ ਸੀਮੈਂਟਡ ਕੰਧ ਦੇ ਵਿੱਚ ਕੋਈ ਬੂਟਾ ਲਾਓ ਤੇ ਹੋ ਸਕਦਾ, ਉਹਨੂੰ ਉਰਵਰਕ ਹੀ ਨਹੀਂ ਮਿਲਣਾ, ਖਨੇਜੀ ਨਹੀਂ ਮਿਲਣੀ, ਕਿਵੇਂ ਹੋਵੇਗਾ? ਪਰ ਬੋੜਾ ਤੇ ਪਿੱਪਲ ਸੀਮੈਂਟਡ ਕੰਧਾਂ ਦੇ ਵਿੱਚ ਹੋ ਜਾਂਦੇ ਨੇ, ਔਰ ਪੂਰੀ ਬਿਲਡਿੰਗ ਨੂੰ ਆਪਣੀ ਆਗੋਸ਼ ਵਿੱਚ ਲੈ ਕੇ ਇਸ ਤਰ੍ਹਾਂ ਝਪੀਟਦੇ ਨੇ ਵੀ ਪੱਕੀਆਂ ਇੱਟਾਂ ਵੀ ਚਕਨਾ ਚੂਰ ਹੋ ਕੇ ਬਾਹਰ ਨਿਕਲ ਜਾਂਦੇ। ਤੁਸੀਂ ਰੋਜ਼ ਤੱਕਦੇ। ਹੁਣ ਦੱਸੋ, ਸੀਮੈਂਟਡ ਕੰਧ ਚੋਂ ਕੀ ਉਰਵਰਕ ਮਿਲਦਾ, ਕੀ ਖਣਿਜ ਮਿਲਦਾ? ਕਦੀ ਸੋਚਿਆ ਤੁਸੀਂ? ਇਹ ਕਿਉਂ ਕੰਧਾਂ ਤੇ ਉੱਗਦਾ, ਕਿਉਂ ਸੀਮੈਂਟਡ ਦੀਵਾਰਾਂ ਦੇ ਉੱਤੇ ਉੱਗਦਾ, ਖੜਿਆਂ ਦੇ ਉੱਤੇ ਉੱਗਦਾ? ਚਲੋ ਸੁਣੋ, ਬੋੜ ਦੇ ਬੀਜ, ਪਿੱਪਲ ਦੇ ਬੀਜ ਆਮ ਤੌਰ ਤੇ ਪੰਛੀ ਨਹੀਂ ਖਾਂਦੇ, ਬਕਬਕੇ ਹੁੰਦੇ, ਪਰ ਜਦੋਂ ਕੁਝ ਨਾ ਮਿਲੇ ਭੁੱਖੇ ਮਰਦੇ ਫਿਰ ਖਾਂਦੇ। ਜਦੋਂ ਉਹ ਬੋੜ ਦਾ ਬੀਜ ਕਿਸੇ ਪੰਛੀ ਦੇ ਮਿਹਦੇ 'ਚ ਚਲਾ ਜਾਂਦਾ, ਤੇ ਮਿਹਦੇ 'ਚ ਜਠਰ ਰਗਣੀ ਹੁੰਦੀ ਹੈ, ਉਹ ਜਠਰ ਰਗਣੀ ਉਹਨੂੰ ਹੀਟ ਦਿੰਦੀ। ਉਹ ਜਦੋਂ ਹੀਟ ਦਿੰਦੀ ਹੈ ਤੇ ਉੱਥੇ ਇੱਕ ਰਸਾਇਣਕ ਕਿਰਿਆ ਵਾਪਰਦੀ। ਉਸ ਬੀਜ ਨੂੰ, ਉਹਦੇ ਜਿਹੜੇ ਜੀਨਸ ਨੇ, ਉਹਨਾਂ ਨੂੰ ਇੰਨਾ ਜ਼ਬਰਦਸਤ ਮਿਹਦਾ ਬਣਾ ਦਿੰਦਾ ਹੈ। ਫਿਰ ਜਦੋਂ ਉਹ ਪਚਦਾ ਹੈ ਤੇ ਡਸਟ ਬਣਦਾ ਹੈ, ਫਿਰ ਹਾਜਤ ਕਰਨੀ, ਉਹਨੇ ਲੋੜ ਪੂਰੀ ਕਰਨੀ ਹੈ, ਇਹ ਸਰੀਰ ਦੀ ਲੋੜ ਹੈ ਨਾ। ਫਿਰ ਉਹ ਕਿਸੇ ਕੰਧ ਦੇ ਬਨੇਰੇ ਤੇ ਬੈਠਾ ਹੈ, ਉੱਥੇ ਉਹਨੇ ਵੇਟ ਕਰ ਦਿੱਤੀ। ਹੁਣ ਤੁਸੀਂ ਰੋਕ ਲਓ, ਉਹ ਉੱਥੇ ਫਲੀ ਫੂਟ, ਤੁਸੀਂ ਨਹੀਂ ਰੋਕ ਸਕਦੇ। ਕਿਉਂ ਜੀ? ਉਹਨੇ ਉਹਨੂੰ ਹਿਰਦੇ ਵਿੱਚ ਰੱਖ ਕੇ ਇਸ ਤਰ੍ਹਾਂ ਦੀ ਹੀਟ ਦੇ ਦਿੱਤੀ। ਰਸਨਾ ਨਾਲ ਵਾਗਰੂ ਵਾਗਰੂ ਆਖੋ, ਪਰ ਇਹਨੂੰ ਕਿਤੇ ਦਿਲ ਵਿੱਚ ਰੱਖ ਕੇ ਇਹਨੂੰ ਹੀਟ ਦਿਓ ਨਾ, ਉਹ ਰਸਾਇਣਕ ਕਿਰਿਆ ਵਾਪਰੇ ਤੇ ਫਿਰ ਇਹਨੂੰ ਫਲੀ ਫੂਟ ਹੋਣ ਤੋਂ ਕੋਈ ਨਹੀਂ। ਇਹਨੂੰ ਮਹਾਰਾਜ ਕਹਿੰਦੇ ਨੇ ਵੀ ਹਿਰਦੇ ਵਿੱਚ ਟਿਕਾ, ਸੁਰਤ ਵਿੱਚ ਟਿਕਾ, ਧਿਆਨ ਵਿੱਚ ਟਿਕਾ। ਹਿਰਦੈ ਰਾਮ ਮੁਖ ਰਾਮ ਹੈ। ਇਹ ਗੱਲ ਉਹਨੂੰ ਸਮਝ ਆਵੇਗੀ ਜਿਹਦੀ ਕੱਲੀ ਜੀਭ ਤੇ ਰੱਬ ਰੱਬ ਨਹੀਂ, ਜਿਹਦੇ ਹਿਰਦੇ ਵਿੱਚ ਰੱਬ ਚੌਂਕੜੀ ਮਾਰ ਕੇ ਬੈ। ਸੋ ਗੁਰਦੇਵ ਕਿਰਪਾ ਕਰਨ, ਅਸੀਂ ਕੇਵਲ ਗੱਲਾਂ ਕਰਨ ਤੇ ਸੁਣ ਤੱਕ ਹੀ ਨਾ ਸੀਮਤ ਰਹੀਏ। ਅਰਦਾਸ ਕਰੀਏ ਵੀ ਮਹਾਰਾਜ ਬਚੇ ਹੋਏ ਸਵਾਸ ਗੁਰਮਤਿ ਜੁਗਤ ਅਨੁਸਾਰ ਬਸ਼ਰ ਕਰਨ ਦੀ ਸਮਰੱਥਾ ਬਖਸ਼ ਦਿਓ, ਤਾਂ ਕਿ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ
ਔਰ ਨਾਨਕ ਹਰ ਪ੍ਰਭ ਆਪੇ ਮੇਲੇ ਮਾਂ ਵਾਕਾ ਅਨੁਸਾਰ